ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਵਾਹਿਗੁਰੂ 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 ਵਾਹਿਗੁਰੂ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸੁਭਾਗਾ ਸਮਾਂ ਹੈ, ਪਹਿਲੀ ਗੱਲ ਤਾਂ ਬੇਨਤੀ ਇਹ ਹੈ, ਆਪਣੇ ਸਾਰਿਆਂ ਦੇ ਵੱਡੇ ਭਾਗ ਹੈ। ਵੱਡੇ ਭਾਗ ਕਿਉਂ ਹੈ? ਇੰਨੇ ਮਹਾਂਪੁਰਖਾਂ ਦੇ ਦਰਸ਼ਨ ਮਹਾਂਪੁਰਖਾਂ ਨੇ ਕਰਾਤੇ। ਦੂਸਰੀ ਬੇਨਤੀ ਇਹ ਹੈ ਕਿ ਅੱਜ ਦਾ ਜਿਹੜਾ ਸੁਭਾਗਾ ਸਮਾਂ ਹੈ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪੁਰਾਤਨ ਸਮੇਂ ਦੇ ਵਿੱਚ ਜੇ ਕੋਈ ਸਮਾਂ ਬਣ ਜਾਣਾ ਤੇ ਜਾ ਕੇ ਕਹਿਣਾ ਵੀ ਇਉਂ ਕਰੋ, ਟਕਸਾਲ ਕੋਲੇ ਜਾ ਕੇ ਬੇਨਤੀ ਕਰੋ। ਤੇ ਸੰਤਾਂ ਕੋਲੋਂ ਕੀ ਗੁਣ ਮਿਲਦਾ, ਮੈਂ ਬੇਨਤੀ ਕਰਾਂ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਬਚਨ ਕੀਤੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਕਹਿੰਦੇ ਵੀ ਇੱਕ ਬਚਨ ਚੇਤੇ ਕਰੀ, ਸਾਰੀ ਜ਼ਿੰਦਗੀ ਪੰਥ ਨਾ ਰਹਿਣਾ, ਸਾਰੀ ਜ਼ਿੰਦਗੀ ਪੰਥ ਨਾ ਕਿਤੇ ਵੀ। ਤੇ ਦੂਸਰਾ ਬਚਨ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਬਚਨ ਕੀਤਾ ਸੰਤ ਬਾਬਾ ਅਤਰ ਸਿੰਘ ਜੀ ਦੇ ਸਮੇਂ। ਜਦੋਂ ਸੰਤ ਬਾਬਾ ਅਤਰ ਸਿੰਘ ਜੀ ਚੜ੍ਹਾਈ ਕੀਤੀ ਤੇ ਸੰਤ ਬਾਬਾ ਸੁੰਦਰ ਸਿੰਘ ਜੀ ਕਥਾ ਕਰਦੇ ਆ ਰੇਰੂ ਸਾਹਿਬ। ਜਦੋਂ ਸਿੰਘਾਂ ਨੇ ਦੱਸਿਆ ਵੀ ਬਾਬਾ ਜੀ ਬਾਬਾ ਅਤਰ ਸਿੰਘ ਜੀ ਚੜ੍ਹਾਈ ਕਰ ਗਏ, ਤੇ ਸੰਤ ਕਹਿੰਦੇ ਭਾਈ ਅੱਜ ਸੰਤਾਂ ਨੇ ਚੜ੍ਹਾਈ ਨਹੀਂ ਕੀਤੀ, ਇਉਂ ਸਮਝੋ ਵੀ ਧਰਮ ਦਾ ਥੰਮ ਡਿੱਗ ਪਿਆ। ਇਹ ਹੁੰਦੇ ਮਹਾਂਪੁਰਖਾਂ ਦੇ ਵਿੱਚ ਗੁਣ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਉਹਨਾਂ ਕੋਲੋਂ ਗੁਣ ਕੀ ਮਿਲਦਾ? ਜੇ ਗਿਆਨੀ ਕਿਰਪਾਲ ਸਿੰਘ ਜੀ ਕਹਿਣ ਬਈ ਆਹ ਗੱਲ ਆਏ ਆ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਹਿਣਾ ਵੀ ਇਉਂ ਕਰੋ, ਆਪਾਂ ਅਕਾਲ ਤਖਤ ਦਾ ਹੁਕਮ ਮੰਨਣਾ। ਮੇਰਾ ਕਹਿਣ ਦਾ ਮਤਲਬ ਹੈ ਅੱਜ ਦਾ ਜਿਹੜਾ ਸੁਭਾਗਾ ਸਮਾਂ ਇਸ ਵੇਲੇ ਆਪ ਜੀ ਨੂੰ ਪਤਾ ਹੈ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਹੈ ਜਿਹੜੇ ਸਾਧ ਸੰਗਤ ਮਸਲਿਆਂ ਨੂੰ ਹੱਲ ਕਰ ਸਕਦੇ ਆ। ਤੁਸੀਂ ਪੁੱਛੋ ਕਿਵੇਂ? ਜਿਹੜੇ ਮਹਾਂਪੁਰਖਾਂ ਨੇ ਕੰਮ ਕਰਤੇ ਕੋਈ ਦੁਨੀਆ 'ਚ ਨਹੀਂ ਆਪਣੇ ਵਰਗਾ ਕਰ ਸਕਦਾ।
ਭਾਵੇਂ ਦੀ ਕੋਈ ਲੱਖ ਵਡਿਆਈਆਂ ਮਾਰੀ ਜਾਓ। ਅੱਜ ਦਾ ਮੇਰੇ ਵਰਗਾ ਦੁਆਨੀ ਦਾ ਬੰਦਾ ਉੱਠ ਕੇ ਕੀ ਕਹੂਗਾ ਜੇ ਸੰਤਾਂ ਕੋਲੇ ਕੋਈ ਲੀਡਰ ਆਜੂ ਜੀ, ਸੰਤ ਲੀਡਰਾਂ ਦੇ ਬਣ ਗਏ। ਮੈਨੂੰ ਇਉਂ ਦੱਸੋ, ਜੇ ਲੀਡਰ ਆ ਜਾ ਸੰਤ ਬਣਦੇ ਹੁੰਦੇ ਆ? ਇਉਂ ਨਹੀਂ ਕਹਿੰਦੇ ਵੀ ਸੰਤਾਂ ਨੇ ਉਹ ਫਲਾਣੇ ਲੀਡਰ ਨੂੰ ਵੀ ਸਮੱਤ ਦੇਤੀ। ਮੈਂ ਇੱਕ ਬੇਨਤੀ ਕਰਾਂ, ਸੰਤਾਂ ਕੋਲੇ ਇੱਕ ਲੀਡਰ ਆਇਆ ਸੀ ਅਕਾਲੀ ਦਲ ਦਾ, ਬਈ ਸੰਤਾਂ ਨੇ ਉਹਨੂੰ ਇੰਨੇ ਕੌੜੇ ਸ਼ਬਦ ਬੋਲੇ ਵੀ ਤੁਸੀਂ ਪੰਥ ਦਾ ਕਿਉਂ ਨਹੀਂ ਕੁਝ ਸੋਚਦੇ, ਬਈ ਤੁਸੀਂ ਪੰਥ ਦਾ ਬਣਾਉਂਦੇ ਕਿਉਂ ਨਹੀਂ। ਮੇਰਾ ਕਹਿਣ ਦਾ ਮਤਲਬ ਹੈ ਜੇ ਮੰਗਲਾਂ ਦਾ ਰੌਲਾ ਪੈਣਾ ਤਾਂ ਕਹਿਣਾ ਵੀ ਇਉਂ ਕਰੋ, ਟਕਸਾਲ ਕੋਲੇ ਚੱਲੋ। ਕੋਈ ਵੀ ਮੇਰਾ ਮਤਲਬ ਹੈ ਕੋਈ ਪੰਥ ਦਾ ਮਸਲਾ ਹੋਵੇ ਤੇ ਆਣ ਕੇ ਸਾਧ ਸੰਗਤ ਜਾਂ ਬਾਬਾ ਸੁੰਦਰ ਸਿੰਘ ਜੀ ਕੋਲੇ, ਜਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਣਾ ਕੋਲੇ, ਜਾਂ ਸੰਤ ਬਾਬਾ ਜਰਨੈਲ ਸਿੰਘ ਜੀ ਕੋਲੇ। ਅੱਜ ਦਾ ਜਿਹੜਾ ਸੰਤ ਸਮਾਜ ਇਕੱਠਾ ਹੋਇਆ, ਇਹ ਮਹਾਂਪੁਰਖਾਂ ਨੇ ਅਪਰਾਲਾ ਨਹੀਂ, ਇਹ ਸੰਤ ਸਮਾਜ ਨੇ ਅਪਰਾਲਾ ਕੀਤਾ। ਸੰਤ ਸਮਾਜ ਨੇ ਅਪਰਾਲਾ ਕੀ ਕੀਤਾ ਬਈ ਆਪਾਂ ਇਉਂ ਕਰੋ, ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਬੇਨਤੀ ਕਰੋ, ਚੱਲ ਕੇ ਆਪਾਂ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਬੇਨਤੀ ਕਰੋ ਬਈ ਜਿਹੜਾ ਆਉਣ ਵਾਲਾ ਸਮਾਂ ਹੈ, ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਸਮਾਂ ਹੈ, ਸ਼੍ਰੋਮਣੀ ਕਮੇਟੀ ਹੈ ਇੱਕ ਇਉਂ ਸਮਝੋ ਵੀ ਇਹ ਕੋਈ ਪਾਰਟੀ ਨਹੀਂ, ਇੱਕ ਧਰਮ ਦੀ ਸਾਧ ਸੰਗਤ, ਆਪਣੀ ਇੱਕ ਧਰਮਕ ਬਾਡੀ ਹੈ ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਕਮੇਟੀ ਇੱਕ ਧਰਮਕ ਬਾਡੀ ਹੈ ਤੇ ਜਿਹੜਾ ਪੰਥ ਹੈ, ਤੇ ਆਪ ਜੀ ਨੂੰ ਪਤਾ ਹੈ ਬਈ ਇਸ ਤੋਂ ਬਿਨਾਂ ਸੰਤਾਂ ਦਾ ਕੋਈ ਆਸਰਾ ਨਹੀਂ ਹੋ ਸਕਦਾ। ਮੈਂ ਬੇਨਤੀ ਕਰਾਂ ਮਹਾਂਪੁਰਖਾਂ ਨੂੰ, ਮਹਾਂਪੁਰਖੋ ਅੱਜ ਬੜਾ ਭਿਆਨਕ ਸਮਾਂ ਹੈ, ਸਾਰੇ ਸੰਤ ਸਮਾਜ ਵੱਲੋਂ ਬੇਨਤੀ ਹੈ, ਇਹ ਆਉਣ ਵਾਲਾ ਸਮਾਂ ਤੁਸੀਂ ਸਾਂਭ ਸਕਦੇ, ਨਹੀਂ ਹੋਰ ਕੋਈ ਨਹੀਂ ਸਾਂਭ, ਠੱਲੇ ਕੋਈ ਨਾ ਸਾਧ ਬਣ, ਇਹ ਤੁਹਾਡੇ ਬਿਨਾਂ ਆਉਣ ਵਾਲਾ ਸਮਾਂ ਕੋਈ ਬੰਦਾ ਠੱਲ ਨਹੀਂ ਸਕਦਾ। ਤੇ ਮਹਾਂਪੁਰਖਾਂ ਨੂੰ ਇਹ ਬੇਨਤੀ ਕਰਨ ਵਾਸਤੇ ਸਾਧ ਸੰਗਤ ਅੱਜ ਸੰਤ ਸਮਾਜ ਇਕੱਠਾ ਹੋਇਆ ਹੈ, ਤੇ ਬੇਨਤੀ ਹੈ ਸੰਤ ਸਮਾਜ ਨੂੰ ਬਈ ਜੋ ਵੀ ਮਹਾਂਪੁਰਖ ਆਪਾਂ ਨੂੰ ਬਚਨ ਕਰਨ, ਜੋ ਮਹਾਂਪੁਰਖ ਸਾਧ ਸੰਗਤ ਪ੍ਰੋਗਰਾਮ ਦੇਣਗੇ ਆਪਾਂ ਉਹਨਾਂ ਨੂੰ ਸਿਰ ਮੱਥੇ ਮੰਨਣਾ ਹੈ। ਪਰ ਇੱਕ ਗੱਲ ਚੇਤੇ ਰੱਖਿਓ, ਸੰਤ ਬਾਬਾ ਹਰਨਾਮ ਸਿੰਘ ਜੀ ਨੇ ਜਿਹੜੇ ਕੰਮ ਕੀਤੇ, ਤੁਸੀਂ ਆਪ ਨਿਗਾਹ ਮਾਰ ਲਓ ਵੀ ਕੈਲੰਡਰ ਦਾ ਕੋਈ ਹੁਣ ਨਾਂ ਲੈਂਦਾ, ਇਹ ਬਾਬਿਆਂ ਦੀ ਦੇਣ ਹੈ। ਮਹਾਂਪੁਰਖਾਂ ਨੇ ਇਹੋ ਜਿਹੀ ਜਗ੍ਹਾ ਬਣਾਤੀ, ਸ਼ਹੀਦਾਂ ਦੀ ਜਗ੍ਹਾ ਆਪਣੇ ਚੋਂ ਕੋਈ ਦੁਨੀਆ ਚੋਂ ਬੰਦਾ ਨਹੀਂ ਸੀ ਬਣਾ ਸਕਦਾ। ਸ਼ਹੀਦਾਂ ਦੀ ਜਗ੍ਹਾ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੋਈ ਬੰਦਾ ਦੁਨੀਆ ਚੋਂ ਨਹੀਂ ਸੀ ਬਣਾ ਸਕਦਾ। ਇੱਕੋ ਇੱਕ ਸੰਤ ਬਾਬਾ ਹਰਨਾਮ ਸਿੰਘ ਜੀ ਆ ਜਿਹੜੇ ਬਣਾਉਣ ਵਾਲੇ ਆ। ਹੋਰ ਬੇਅੰਤ ਗੁਣ ਹੈ, ਆਉਣ ਵਾਲਾ ਸਮਾਂ ਸਾਧ ਸੰਗਤ ਸਰਵਣ ਕਰਨਾ ਹੈ। ਪਰ ਸੰਤ ਸਮਾਜ ਵੱਲੋਂ ਬੇਨਤੀ ਆ ਮਹਾਂਪੁਰਖਾਂ ਨੂੰ, ਆਉਣ ਵਾਲੇ ਸਮੇਂ ਦੀ ਤੁਸੀਂ ਮਹਾਂਪੁਰਖ ਇਹ ਪਛਾਣ ਵੀ ਕਰਨੀ ਹੈ, ਤੇ ਇਹਦੀ ਤੁਸੀਂ ਆਪ ਜੀ ਨੇ ਅਗਵਾਈ ਵੀ ਕਰਨੀ ਹੈ। ਜਿੰਨਾ ਸੰਤ ਸਮਾਜ ਹੈ ਤੁਹਾਡੇ ਨਾਲ ਹੈ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਚਰਨਾਂ ਗੁਰਦੁਆਰਾ ਸਮਾਸਤਪੁਰ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮਹਿਤਾ ਭਿੰਡਰਾਂ ਵਾਲੇ ਪ੍ਰਧਾਨ ਸੰਤ ਸਮਾਜ, ਜਿਨ੍ਹਾਂ ਵੱਲੋਂ ਸਮੁੱਚੇ ਸੰਤ ਸਮਾਜ ਨੂੰ ਔਰ ਸਮੁੱਚੇ ਸੰਤ ਸਮਾਜ ਨੇ ਮੀਂਹ ਬਾਬਾ ਜੀ ਨੂੰ ਬੇਨਤੀਆਂ ਕੀਤੀਆਂ। ਸਾਡੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਮਹਾਂਪੁਰਖਾਂ ਨੇ ਅੱਜ ਬਹੁਤ ਵੱਡਾ ਸੰਤ ਸਮਾਜ ਦਾ ਇਕੱਠ, ਜਿਸ ਝੰਡੇ ਨੂੰ ਲੈ ਕੇ ਜੋ ਭਾਵਨਾ ਉਹਨਾਂ ਦੇ ਮਨ ਅੰਦਰ ਹੈ, ਸਮੁੱਚਾ ਸੰਤ ਸਮਾਜ ਉਦਾਸੀਨ ਸੰਪਰਦਾ ਔਰ ਨਿਰਮਲ ਭੇਖ ਨਿਹੰਗ ਜਥੇਬੰਦੀਆਂ, ਸਮੁੱਚੀਆਂ ਸੰਤ ਸੰਪਰਦਾਵਾਂ, ਦਾਸ ਸੰਪਰਦਾ ਹਰਖੋਵਾਲ ਵੱਲੋਂ ਜੋ ਬਾਬਾ ਜੀ ਨੇ ਸੰਪਰਦਾ ਹਰਖੋਵਾਲ ਨੂੰ ਸੰਤ ਸਮਾਜ ਦੇ ਮੁੱਖ ਬੁਲਾਰੇ ਬਣਾ ਕੇ ਨਿਵਾਜਿਆ ਹੈ, ਧੰਨਵਾਦ ਹੈ। ਸੋ ਮੈਂ ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਅੱਜ ਆਪਾਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮਹਿਤਾ ਭਿੰਡਰਾਂ ਵਾਲੇ
ਜਿਨ੍ਹਾਂ ਦੀਆਂ ਪ੍ਰਾਪਤੀਆਂ ਹੁਣੇ ਮਹਾਂਪੁਰਖ ਦੱਸ ਕੇ ਗਏ, ਜੇ ਆਪਾਂ ਸਾਰੇ ਇਸੇ ਤਰ੍ਹਾਂ ਹੀ ਦੱਸਾਂਗੇ ਸਮਾਂ ਬਹੁਤ ਲੱਗੇਗਾ। ਪਰ ਅੱਜ ਦਾ ਜਿਹੜਾ ਮੁੱਦਾ ਹੈ, ਅੱਜ ਦਾ ਜਿਹੜਾ ਇਕੱਠ ਹੈ, ਉਹ ਬਾਬਾ ਜੀ ਦੇ ਹੁਕਮ ਸਦਕਾ ਆਪਾਂ ਗੁਰਦੁਆਰਾ ਸਮਸਤਪੁਰ ਵਿਖੇ ਜਿਸ ਭਾਵਨਾ ਨੂੰ ਲੈ ਕੇ ਇਕੱਤਰ ਹੋਏ ਹੈ, ਮੈਂ ਸਮੁੱਚੇ ਸੰਤ ਸਮਾਜ ਵੱਲੋਂ, ਉਦਾਸੀਨ ਔਰ ਨਿਰਮਲ ਭੇਖ ਵੱਲੋਂ, ਸੰਪਰਦਾ ਹਰਖੋਵਾਲ ਵੱਲੋਂ ਔਰ ਆਪਣੇ ਵੱਲੋਂ ਮਾਝਾ ਜ਼ੋਨ ਵੱਲੋਂ, ਜਿਹਦੇ ਵਿੱਚ ਮੈਂ ਜਾਣੂ ਕਰਵਾ ਦੇਵਾਂ ਕਿ ਮਾਝਾ ਜ਼ੋਨ 'ਚੋਂ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ, ਸੰਤ ਬਾਬਾ ਸੁਖਿੰਦਰ ਸਿੰਘ ਜੀ ਟਾਹਲੀ ਸਾਹਿਬ, ਸੰਤ ਬਾਬਾ ਕਵਲਜੀਤ ਸਿੰਘ ਜੀ ਨਾਗੀਆਣਾ, ਸੰਤ ਬਾਬਾ ਗੁਰਦੀਦਾਰ ਸਿੰਘ ਜੀ ਭੂਰੀ ਵਾਲੇ, ਬਾਬਾ ਦਰਸ਼ਨਦਾਸ ਜੀ ਟਾਂਗਰਾ ਸਾਹਿਬ ਤੋਂ ਆਏ ਨੇ, ਹੋਰ ਫੇਰੂਮਾਨ ਤੋਂ ਮਹਾਂਪੁਰਖ ਆਏ। ਵਿਸ਼ੇਸ਼ ਬਾਬਾ ਜੀ ਉਦਾਸੀਨ ਵੱਡਾ ਖਾੜਾ ਸੰਤ ਬਾਬਾ ਪਰਮਾਨੰਦ ਜੀ ਜੰਡਿਆਲਾ ਗੁਰੂ, ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ, ਇਲਾਕੇ ਨੂੰ ਬਹੁਤ ਵੱਡਾ ਸਥਾਨ ਹੈ। ਆਪ ਜੀ ਦੇ ਨਾਲ ਮੋਢਾ ਜੋੜ ਕੇ ਜਿੱਥੇ ਸਮੁੱਚਾ ਸੰਤ ਸਮਾਜ ਇਕੱਠਾ ਹੈ, ਉੱਥੇ ਮਾਝੇ ਜ਼ੋਨ ਦਾ ਸੰਤ ਸਮਾਜ ਆਪ ਜੀ ਦੇ ਹੁਕਮ ਵਿੱਚ ਜਿੱਥੇ ਖੜਾ ਕਰੋਗੇ, ਜਿੱਥੇ ਹੁਕਮ ਲਾਓਗੇ, ਚਟਾਨ ਵਾਂਗ ਆਪ ਜੀ ਦੇ ਨਾਲ ਖੜੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਸੰਤ ਸਮਾਜ ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸਮੁੱਚੇ ਹੀ ਸੰਤ ਮਹਾਂਪੁਰਖ, ਵੱਡੀਆਂ ਕਮਾਈਆਂ ਵਾਲੇ, ਜੀਵਨ ਵਾਲੇ, ਇੱਕ ਤੋਂ ਇੱਕ ਚੜ੍ਹਾਉਂਦੀਆਂ, ਸਾਰਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਥੋਂ ਪਹਿਲਾਂ ਸਾਰੇ ਮਹਾਂਪੁਰਖਾਂ ਨੇ ਜਿਵੇਂ ਆਪ ਜੀ ਨੂੰ ਦੱਸਿਆ ਕਿ ਜਦੋਂ ਵੀ ਕੋਈ ਧਰਮ ਦੀ ਗੱਲ ਆਉਂਦੀ ਹੈ, ਕਿਸੇ ਮਰਿਆਦਾ ਦੀ ਗੱਲ ਆਉਂਦੀ ਹੈ, ਸਿੱਖੀ ਤੇ ਹਮਲੇ ਦੀ ਗੱਲ ਆਉਂਦੀ ਹੈ, ਗੁਰਮਤਿ ਦੀ ਗੱਲ ਆਉਂਦੀ ਹੈ, ਤਾਂ ਸਮੁੱਚਾ ਸੰਤ ਸਮਾਜ ਦਮਦਮੀ ਟਕਸਾਲ ਦੇ ਵੱਲ ਸਾਰਿਆਂ ਦਾ ਝੁਕਾਅ ਹੁੰਦਾ। ਇਹਨਾਂ ਵੱਲ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਆਪਾਂ ਸਾਰੇ ਬੇਨਤੀ ਕਰਦੇ ਹਾਂ। ਉਹਦੇ ਵਿੱਚ ਧਰਮ ਦੇ ਕਾਰਜਾਂ ਦੇ ਵਿੱਚ ਆਪਾਂ ਫਤਿਹ ਵੀ ਹਾਸਲ ਕਰਦੇ ਰਹੇ ਹਾਂ। ਮਹਾਂਪੁਰਖਾਂ ਦੀਆਂ ਵੱਡੀਆਂ ਕਮਾਈਆਂ ਨੇ ਬਾਬਾ ਹਰਨਾਮ ਸਿੰਘ ਜੀ ਦੀਆਂ। ਸੋ ਅੱਜ ਸੰਗਤੀ, ਤੁਹਾਨੂੰ ਪਤਾ ਹੀ ਹੈ, ਸਮਾਂ ਆਉਣ ਵਾਲਾ ਚੋਣਾਂ ਦਾ ਸਮਾਂ ਵੀ ਹੈ। ਬਾਬਾ ਅਵਤਾਰ ਸਿੰਘ ਹੋਰਾਂ ਨੇ ਕਿ ਸਾਨੂੰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਸਾਡੀ ਪਾਰਲੀਮੈਂਟ ਹੈ, ਆਪਣਾ ਸਾਰਿਆਂ ਦਾ ਫਰਜ਼ ਬਣਦਾ ਉਹਦੀ ਰਾਖੀ ਲਈ ਵਚਨਬੱਧਤਾ, ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ। ਸੋ ਜਦੋਂ ਵੀ ਸਮੇਂ ਕੋਈ ਲੋੜ ਹੁੰਦੀ ਹੈ, ਕਿਉਂਕਿ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਸੰਗਤ ਜੀ, ਅੱਜ ਸਾਨੂੰ ਲੋੜ ਹੈ ਪੰਥਕ ਕਾਰਜਾਂ ਦੀ ਚੜ੍ਹਦੀ ਕਲਾ ਲਈ, ਗੁਰਮਤਿ ਕਾਰਜਾਂ ਦੀ ਚੜ੍ਹਦੀ ਕਲਾ ਲਈ, ਕਿ ਇੱਥੇ ਜਿਹੜਾ ਵੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣੇ, ਪੰਥਕ ਕਾਰਜਾਂ ਵਾਲੀ ਬਣੇ। ਉਹਦੇ ਲਈ ਆਪਾਂ ਸਾਰੇ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ, ਸਮੁੱਚੀਆਂ ਸਾਰੇ ਸੰਤ ਸਮਾਜ ਦੀਆਂ ਜਥੇਬੰਦੀਆਂ, ਨਿਰਮਲੇ, ਉਦਾਸੀ, ਖੜਦਰਸ਼ਨ ਸਾਧੂ ਸਮਾਜ, ਸਾਰੀਆਂ ਜਥੀਆਂ ਬੰਦੀਆਂ ਵੱਲੋਂ ਆਪਾਂ ਬਾਬਾ ਜੀ ਅੱਗੇ ਆਪਣੀ ਬੇਨਤੀ ਰੱਖੀ ਹੈ। ਕਿਉਂਕਿ ਏਕੇ ਦੇ ਵਿੱਚ ਬਲ ਹੁੰਦਾ ਹੈਗਾ। ਸਾਰਿਆਂ ਨੇ ਆਪਾਂ ਇਕੱਠੇ ਹੋ ਕੇ ਮਹਾਂਪੁਰਖਾਂ ਦਾ ਸਾਥ ਜਿਵੇਂ ਪਹਿਲਾਂ ਦਿੰਦੇ ਆਏ ਆ ਤੇ ਹੁਣ ਵੀ ਦੇਣਾ। ਮੈਂ ਬਾਬਾ ਜੀ ਨੂੰ ਯਕੀਨ ਦਿਵਾਉਣਾ ਕਿ ਸਾਡੇ ਮਾਲਵੇ ਦੇ ਸਾਰੇ ਮਹਾਂਪੁਰਖ ਬੈਠੇ ਆ, ਨਿਰਮਲ ਭੇਖ ਦੇ ਉਹ ਤਾਂ ਸਾਰੇ ਹੀ ਬੈਠੇ ਨੇ, ਮਾਲਵੇ ਦੇ ਵਿੱਚੋਂ ਵੀ ਉਚੇਚੇ ਤੌਰ ਤੇ ਪਹੁੰਚੇ ਹੋਏ ਆ। ਸਾਡੇ ਪੰਚਾਇਤੀ ਖਾੜਾ ਨਿਰਮਲਾ ਕਨਖਲ ਹਰਿਦੁਆਰ ਦੇ ਸਕੱਤਰ ਵੀ ਮਹੰਤ ਜਗਤਾਰ ਸਿੰਘ ਜੀ, ਸੰਤ ਬਾਬਾ ਹਰਬੰਸ ਸਿੰਘ ਜੀ ਚੀਮਾ, ਨਾਨਕਸਰ ਚੀਮਾ, ਜਿੱਥੇ ਮਹਾਂਪੁਰਖ 20ਵੀਂ ਸਦੀ ਦੇ ਮਹਾਨ ਅਵਤਾਰ ਸੰਤ ਬਾਬਾ
ਅਤਰ ਸਿੰਘ ਜੀ ਮਹਾਰਾਜ ਨੇ ਵਿੱਦਿਆ ਪ੍ਰਾਪਤ ਕੀਤੀ, ਉਸ ਸਥਾਨ ਦੇ ਸੇਵਾਦਾਰ ਸੰਤ ਬਾਬਾ ਗੁਰਮੁਖ ਸਿੰਘ ਜੀ ਲੋਪੋ ਵਾਲੇ, ਸੰਤ ਬਾਬਾ ਅਮਨਦੀਪ ਸਿੰਘ ਜੀ ਉਗੋ ਵਾਲੇ, ਹੋਰ ਸਾਰੇ ਮਹਾਂਪੁਰਖਾਂ ਦੀ ਹਾਜ਼ਰੀ ਲਵਾਈ ਹੈ। ਸੰਤ ਬਾਬਾ ਹਰਜਿੰਦਰ ਸਿੰਘ ਜੀ ਮਹਾਂਪੁਰਖ ਬੈਠੇ ਆ, ਜੌਲਾਂ ਵਾਲੇ ਸਾਡੇ ਹਰਖੋਵਾਲ ਵਾਲੇ ਮਹਾਂਪੁਰਖ ਬੈਠੇ ਆ, ਸਾਰੀਆਂ ਹੀ ਬੇਰਕਲਾਂ ਵਾਲੇ ਬੈਠੇ ਆ। ਸਾਰਿਆਂ ਨਿਰਮਲ ਭੇਖ ਵੱਲੋਂ ਮੈਂ ਮਹਾਂਪੁਰਖ ਬਾਬਾ ਜੀ ਨੂੰ ਯਕੀਨ ਦਿਵਾਉਣਾ, ਭਰੋਸਾ ਦਿਵਾਉਣਾ ਕਿ ਜਿੱਥੇ ਕਿਤੇ ਵੀ ਤੁਹਾਡਾ ਹੁਕਮ ਹੋਊਗਾ, ਜੋ ਵੀ ਸਮੁੱਚਾ ਨਿਰਮਲ ਭੇਖ ਤੁਹਾਡੇ ਹੁਕਮਾਂ ਤੇ ਇੰਨ ਬਿੰਨ ਫੁੱਲ ਚਾੜੂਗਾ। ਜੋ ਸਾਨੂੰ ਹੁਕਮ ਕਰੋਗੇ, ਜਿੱਥੇ ਜਿਵੇਂ ਡਿਊਟੀ ਲਾਓਗੇ, ਜਿੱਥੇ ਵੀ, ਕਿਉਂਕਿ ਇਹ ਕਾਰਜ ਆਪਣਾ ਸਾਰਿਆਂ ਦਾ, ਇਹ ਮਹਾਂਪੁਰਖਾਂ ਦੀ ਅਗਵਾਈ ਨਾਲ ਹੀ ਇਹ ਸਾਰੇ ਕਾਰਜ ਸਿਰੇ ਲੱਗ ਸਕਦੇ ਆ। ਅੱਜ ਲੋੜ ਆ, ਕਿਉਂਕਿ ਆਪਾਂ ਨੂੰ ਫਿਰ ਨਹੀਂ ਖੁਆਰ ਹੋਣਾ ਪੈਣਾਗਾ। ਆਪਾਂ ਵੇਖਦੇ ਹਾਂ ਸਮੇਂ ਸਮੇਂ ਤੇ ਸਾਡੇ ਧਰਮ ਤੇ ਹਮਲੇ ਹੁੰਦੇ ਆਏ ਆ, ਪਰ ਇਹ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਜਿਹੜੀ ਅਗਵਾਈ ਆ, ਇਹਨਾਂ ਦੀ ਪ੍ਰਤੀਨਿਧਤਾ, ਉਹਦੇ ਤੇ ਸਾਨੂੰ ਸਾਰਿਆਂ ਨੂੰ ਭਰੋਸਾ, ਮੈਂ ਬਾਬਾ ਜੀ ਨੂੰ ਭਰੋਸਾ ਦਿਵਾਉਣਾ ਸਮੁੱਚੇ ਨਿਰਮਲ ਭੇਖ ਵੱਲੋਂ, ਤੇ ਜੋ ਹੁਕਮ ਕਰੋਗੇ, ਜਿੱਥੇ ਸਾਡੀ ਡਿਊਟੀ ਲਾਓਗੇ, ਪੂਰਾ ਡਟ ਕੇ ਖੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਵਿਭੂਤੀਆਂ, ਵੱਖਰੀਆਂ ਵੱਖਰੀਆਂ ਸੰਪਰਦਾਵਾਂ, ਸੰਤ ਮਹਾਂਪੁਰਸ਼, ਦਾਸ, ਆਪ ਜੀ ਸਭ ਦੇ ਚਰਨਾਂ ਵਿੱਚ ਨਮਸਕਾਰ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਸੰਤ ਬਾਬਾ ਅਵਤਾਰ ਸਿੰਘ ਧੂੜਕੋਟ ਵਾਲੇ ਨੇ ਸਭ ਕੁਝ ਕਹਿ ਦਿੱਤਾ, ਕਹਿਣ ਨੂੰ ਬਾਕੀ ਨਹੀਂ ਰਿਹਾ। ਪਰ ਫਿਰ ਵੀ ਇੱਕ ਤੇ ਮੈਂ ਜ਼ਰੂਰ ਗੱਲ ਕਹਿੰਦੇ ਵੀ ਰਹੇ ਹਾਂ ਤੇ ਕਹਿੰਦੇ ਵੀ ਰਹਾਂਗੇ, ਔਰ ਕਹਿ ਵੀ ਰਹੇ ਇਸ ਸਮੇਂ, ਕਿ ਜੋ ਸੰਤ ਸਮਾਜ ਦਾ ਇਕੱਠ ਕਰ ਸਕਦੇ ਹਨ, ਜੋ ਹੋ ਰਿਹਾ ਹੈ, ਇਸ ਨੂੰ ਖੱਟ ਦਰਸ਼ਨ ਕਹਿੰਦੇ ਹਨ। ਵੱਖਰੀਆਂ ਵੱਖਰੀਆਂ ਸੰਪਰਦਾਵਾਂ ਤੇ ਬਾਬਾ ਹਰਨਾਮ ਸਿੰਘ ਜੀ ਕਰ ਸਕਦੇ ਹਨ, ਹੋਰ ਕਿਸੇ ਨੇ ਅੱਜ ਤੱਕ ਨਹੀਂ ਕੀਤਾ। ਸਾਰੀਆਂ ਹੀ ਸੰਪਰਦਾਵਾਂ ਨੂੰ ਇਕੱਠਾ ਰੱਖਣ ਵਾਸਤੇ ਬਾਬਾ ਜੀ ਬਹੁਤ ਉਦਮ ਉਪਰਾਲਾ ਕਰਦੇ ਹਨ। ਛੋਟੇ ਛੋਟੇ ਸੰਤਾਂ ਦੇ ਪਾਸ ਜਾ ਕਰਕੇ ਉਹਨਾਂ ਨੂੰ ਖੁਸ਼ੀ ਪ੍ਰਦਾਨ, ਉਹਨਾਂ ਨੂੰ ਨਵਾਜਦੇ ਹਨ, ਉਹਨਾਂ ਨੂੰ ਜੀ ਆਇਆਂ ਕਹਿੰਦੇ ਹਨ, ਤੇ ਜਾ ਕਰਕੇ ਉਹਨਾਂ ਦੇ ਡੇਰਿਆਂ ਗੁਰਦੁਆਰਿਆਂ ਦੇ ਵਿੱਚ ਜਾ ਕਰਕੇ ਰੌਣਕ ਵਧਾਉਂਦੇ ਹਨ। ਇੱਕ ਸੰਤ ਬਾਬਾ ਹਰਨਾਮ ਸਿੰਘ ਜੀ ਸਾਡੇ ਸਤਿਕਾਰਯੋਗ, ਇਹਨਾਂ ਦੇ ਵਿੱਚ ਇਹ ਕਲਾ ਹੈ। ਜਦੋਂ ਦੇ ਆਪ ਜੀ ਗੱਦੀ ਤੇ ਬਿਰਾਜਮਾਨ ਹੋਏ ਹਨ, ਦਸਤਾਰਬੰਦੀ ਹੋਈ ਹੈ, ਤੇ ਮੈਂ ਇਹ ਸਮਝਦਾ ਹਾਂ ਕੋਈ ਐਸਾ ਸੰਤ, ਕਿਸੇ ਭੇਖ ਦਾ ਕੋਈ ਸੰਤ ਐਸਾ ਨਹੀਂ ਹੈ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ ਕਿ ਜੋ ਦਮਦਮੀ ਟਕਸਾਰ ਤੇ ਸ੍ਰੀ ਅਕਾਲ ਤਖਤ ਦੇ ਨਾਲ ਨਾ ਜੁੜਿਆ ਹੋਵੇ। ਪਹਿਲਾਂ ਸੰਤਾਂ ਵਿੱਚ ਫਰਕ ਆਉਂਦਾ ਸੀਗਾ ਵੀ ਅਕਾਲ ਤਖਤ ਤੇ ਕਿਵੇਂ ਜਾਣਾ ਹੈ, ਦਮਦਮੀ ਟਕਸਾਰ ਨੂੰ ਕਿਸ ਤਰ੍ਹਾਂ ਮਿਲਣਾ ਹੈ। ਕਿਉਂ ਮੈਂ ਤੇ ਦਾਸ ਛੋਟਾ ਹੁੰਦਾ ਹੀ ਬਹੁਤ, ਜੇ ਕਥਾ ਛੋਟੀ ਜੀ ਸੁਣਾ ਦਈਏ ਤੇ ਇੱਥੇ ਬੈਠੀ ਹੈ ਸੰਪਰਦਾ ਹਰਖੋਵਾਲ ਵੀ, ਕਿ ਜਦੋਂ ਜਨਿਆਰਾ ਸਾਹਿਬ 1946 ਵਿੱਚ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਏ, ਲੜੀ ਸ਼ੁਰੂ ਹੋਈ, ਤੇ ਸੰਤ ਬਾਬਾ ਜਵਾਲਾ ਸਿੰਘ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਬਾਬਾ ਖਟਕ ਸਿੰਘ ਜੀ, ਇਹਨਾਂ ਸਾਰਿਆਂ ਨੇ ਆ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਕਰਵਾਈ ਸਾਡੇ ਗੁਰੂ ਜੀ ਬਾਬਾ ਸੰਤੋਖਨੀ ਸਾਹਿਬ ਜੀ ਤੋਂ। 1946 ਤੋਂ ਜੋ ਅੱਜ ਤੱਕ ਚੱਲ ਰਹੀ ਹੈ, ਜਿਸ ਨੂੰ 75 ਸਾਲ ਪੂਰੇ ਹੋਏ ਹਨ, 70ਵਾਂ ਸਾਲ ਸ਼ੁਰੂ ਹੋਇਆ ਹੈ। ਇਹ ਪੁਰਾਣੀਆਂ ਸਾਰੀਆਂ ਟਕਸਾਲਾਂ ਜੁੜੀਆਂ ਹੋਈਆਂ ਹਨ। ਅੱਜ ਵੀ ਜੋ ਮਹਾਰਾਜ ਜੀ ਨੇ ਛੋਟੇ ਜਿਹੇ ਸੱਦੇ ਤੇ ਇਤਨੇ ਸੰਤ ਇਕੱਠੇ ਕੀਤੇ ਹਨ, ਤੇ ਫਿਰ ਸੰਤਾਂ ਨੂੰ ਤਾਂ ਖੁਦ ਹੀ ਪਤਾ ਕਿ ਸਾਡੇ ਆਗੂ ਸੰਤ ਬਾਬਾ ਹਰਨਾਮ ਸਿੰਘ ਹਨ, ਜੋ ਸਾਨੂੰ ਉਦੇਸ਼ ਕਰਨਗੇ। ਸਾਰੇ ਉਹਨਾਂ ਦੇ ਨਾਲ ਜੋ ਰਾਹੇ ਬਗਾਹੇ ਫੋਨ ਤੇ ਵੀ ਕਹਿਣਾ ਹੈ ਬਾਬਾ ਜੀ ਇਸ ਤਰ੍ਹਾਂ ਹੈ, ਇਸ ਤਰ੍ਹਾਂ ਹੈ, ਤੁਸੀਂ ਇਸ ਤਰ੍ਹਾਂ ਕਰੋ, ਤਾਂ ਜੋ ਬਾਬਾ ਜੀ ਕਹਿਣਗੇ ਬਾਬਾ ਜੀ ਦੇ ਨਾਲ ਹੀ ਖੜੇ ਹਾਂ, ਬਾਬਾ ਜੀ ਦੇ ਨਾਲ ਹੀ ਰਹਾਂਗੇ, ਬਾਬਾ ਜੀ ਦੇ ਸਾਡੇ ਹਨ, ਅਸੀਂ ਬਾਬਾ ਜੀ ਦੇ ਹਨ। ਸਾਰਾ ਭੇਖ ਸਾਰਾ ਜੁੜਿਆ ਹੋਇਆ ਹੈ। ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਏ, ਸਾਰੇ ਮਹਾਂਪੁਰਸ਼ ਸਾਡੇ ਮੇਰੇ ਸਤਿਕਾਰਯੋਗ ਹਨ, ਮੇਰੇ ਤੋਂ ਵੱਡੇ ਹਨ। ਸਾਰਿਆਂ ਦੇ ਚਰਨਾਂ ਵਿੱਚ ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਗੁਰਪਰਮੇਸ਼ਰ ਜੀ ਵੱਲੋਂ ਸਥਾਪਿਤ ਹੋਈਆਂ ਪੰਥਕ ਜਥੇਬੰਦੀਆਂ, ਜਿਨ੍ਹਾਂ ਵਿੱਚ ਮਹਾਂਪੁਰਸ਼ ਉਦਾਸੀ ਨਿਰਮਲੇ, ਗੁਰੂ ਕੁੜੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਸਾਹਿਬਾਨ, ਹੋਰ ਸਾਰੇ ਜਿਤਨੇ ਮਹਾਂਪੁਰਸ਼ ਵਿਦਵਾਨ, ਗੁਣੇ ਜਾਨ, ਖੜ ਦਰਸ਼ਨੀ ਭੇਖ ਜਿਤਨੇ ਵੀ ਆਏ ਆ, ਤੇ ਸਾਡੇ ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੁਖੀ, ਸੰਤ ਸਮਾਜ ਦੇ ਪ੍ਰਧਾਨ
ਬਾਬਾ ਹਰਨਾਮ ਸਿੰਘ ਸਾਹਿਬ ਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਮਹਾਂਪੁਰਸ਼ਾਂ ਨੂੰ ਇਹ ਵੀ ਪਤਾ ਵੀ ਆਪਾਂ ਕਿਸ ਲਈ ਇੱਥੇ ਹਾਜ਼ਰ ਹੋਏ ਹਾਂ। ਬਾਬੇ ਅਵਤਾਰ ਸਹੁਰਿਆਂ ਨੇ ਪਹਿਲਾਂ ਦੱਸ ਹੀ ਦਿੱਤਾ। ਤੇ ਸਿਆਣੀ ਜਿਹੜੀਆਂ ਪਹਿਲਾਂ ਮਾਈਆਂ ਹੁੰਦੀਆਂ ਸੀ ਨਾ, ਉਹ ਦਾਲ ਧਰਦੀਆਂ ਸੀ ਤੇ ਵਿੱਚੋਂ ਥੋੜੀ ਜਿਹੀ ਕੱਢ ਕੇ ਵੇਖ ਲੈਂਦੀਆਂ ਸੀ ਸਾਰੀ ਪੱਕੀ ਆ। ਉਹ ਸਿਧਾਂਤ ਤੁਸੀਂ ਸਾਰੇ ਸਮਝ ਗਏ ਹੋ। ਮਹਾਂਪੁਰਸ਼ਾਂ ਨੇ ਆਪਣੇ ਪਾਵਨ ਬਚਨ ਆਪਾਂ ਨੂੰ ਸੰਦੇਸ਼ ਭੇਜਿਆ ਤੇ ਸਾਰੇ ਹੀ ਹਾਜ਼ਰ ਹੋਏ ਆ। ਇਹਦਾ ਭਾਵ ਆਪਾਂ ਸਾਰੇ ਸਮਰਪਿਤ ਹਾਂ। ਇੱਕ ਗੱਲ ਮੈਂ ਹੋਰ ਵਿਸ਼ੇਸ਼ ਤੌਰ ਤੇ ਕਹਿਣੀ ਆ, ਕੁਝ ਕੁ ਸੇਵਾਵਾਂ ਜਿਹੜੀਆਂ ਮਹਾਂਪੁਰਸ਼ਾਂ ਦੀਆਂ ਉਹਨਾਂ ਦਾ ਜ਼ਿਕਰ ਹੁੰਦਾ, ਜੇ ਮਹਾਨ ਪਾਵਨ ਸਥਾਨ ਸ਼ਹੀਦਾਂ ਦਾ ਕੈਲੰਡਰ ਬਾਰੇ। ਇੱਕ ਹੋਰ ਮਹਾਨ ਜਿਹੜਾ ਕਾਰਜ ਹੋ ਰਿਹਾ ਹੈ ਨਾ, ਕਰਵਾ ਰਹੇ ਨੇ 2015 ਤੋਂ ਦਾਸ ਨੂੰ ਵੀ ਹੁਕਮ ਕਰਕੇ ਮਹਾਂਪੁਰਸ਼ ਸੇਵਾ 'ਚ ਲਾ ਲੈਂਦੇ ਨੇ, ਸੇਵਾ ਬਖਸ਼ਦੇ ਨੇ। ਜਿਹੜਾ ਅਤੀ ਕਾਰਜ ਹੈ ਪੰਥ ਲਈ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁੱਧ ਪਾਠ ਬੋਧ ਸਮਾਗਮ। 2015 ਤੋਂ ਲੈ ਕੇ ਹੁਣ ਤੱਕ ਮੇਰਾ ਖਿਆਲ ਵੀ 8 ਤੋਂ ਹੀ ਲੈ ਕੇ 8 'ਚ ਕੀਤਾ ਹੀ ਪਹਿਲਾਂ, ਉਹ ਵੀ ਪਹਿਲਾ ਸਮਾਗਮ ਇਹਨਾਂ ਮਹਾਂਪੁਰਸ਼ਾਂ ਨੇ ਦਸਮ ਬਾਣੀ ਦਾ ਸ਼ੁੱਧ ਪਾਠ ਬੋਧ ਸਮਾਗਮ। ਅੱਜ ਤਾਈਂ ਮੇਰਾ ਖਿਆਲ ਵੀ 8-9 ਪਾਠ ਬੋਧ ਸਮਾਗਮ ਹੋ ਚੁੱਕੇ ਨੇ। ਇਹ ਵਿਸ਼ੇਸ਼ ਹੈ ਗੁਰਬਾਣੀ ਦੀ ਸੁਧਾਈ, ਉਹ ਇਹਨਾਂ ਨੂੰ ਹੀ ਬਣਾਉਂਦੀ ਟਕਸਾਲ ਨੂੰ। ਇਹ ਵਿਸ਼ੇਸ਼ ਕਾਰਜ ਦੀ ਵੀ ਇਹ ਨਾਂ ਲਿਆ ਜਾਇਆ ਕਰੇ ਸਟੇਜਾਂ ਤੇ। ਇਹ ਮਹਾਨ ਕਾਰਜ ਹੈ, ਜਿੱਥੇ ਮਹਾਨ ਹੋਰ ਕਾਰਜ ਕੀਤੇ ਨੇ। ਤੇ ਆ ਜਿਹੜਾ ਅੱਜ ਦਾ ਹੈ ਇਕੱਠ, ਤੁਸੀਂ ਜਾਣਦੇ ਹੋ ਵੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇ ਮਹਾਂਪੁਰਸ਼ਾਂ ਦੇ ਬਚਨ ਮੰਨਣਗੇ ਉਹ, ਤੇ ਫਿਰ ਉੱਥੋਂ ਹਮੇਸ਼ਾ ਲਈ ਗੁਰਮਤ ਦੇ ਪ੍ਰਚਾਰ, ਗੁਰਮਤ ਦੇ ਗੁਣੀ ਗਿਆਨੀ ਆਪਾਂ ਨੂੰ ਗੁਰੂ ਕਾ ਸੁਧ ਸੰਦੇਸ਼ ਉਪਦੇਸ਼ ਬਖਸ਼ਦੇ ਰਹਿਣਗੇ। ਨਹੀਂ ਪਿੱਛੇ ਜੇ ਆਪਾਂ ਸੁਣਿਆ ਨਾ, ਦਿੱਲੀ ਸੁਣਦੇ ਰਹੇ ਆ, ਜਦੋਂ ਗੁਰਮਤ ਵਾਲੇ ਨਹੀਂ ਸੀ ਤੇ ਮਨਮਤ ਕੀ ਆਪਣਾ ਪ੍ਰਚਾਰ ਕਿੰਨਾ ਚਿਰ ਕਰਦੇ ਰਹੇ। ਉਹ ਪਰਮੇਸ਼ਰ ਨੇ ਕਿਰਪਾਲਤਾ ਕੀਤੀ, ਫਿਰ ਜਰਾ ਕੋਈ ਬਦਲਾਅ ਆਇਆ, ਉੱਥੋਂ ਹੁਣ ਗੁਰਮਤ ਦਾ ਸ਼ੁੱਧ ਪ੍ਰਚਾਰ ਹੋਣ ਲੱਗਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਹੀ ਜੋ ਮਹਾਂਪੁਰਸ਼ ਆਪਾਂ ਨੂੰ ਭਜਨ ਕਰਨਗੇ, ਉਹਨਾਂ ਤੇ ਸਾਰਿਆਂ ਭਜਨ ਫੁੱਲ ਚੜਾਉਣੇ ਆਪਾਂ ਨੇ। ਤੇ ਦੂਸਰੀ ਜੋ ਸਾਡੇ ਮੋਗੇ ਦੇ ਮਹਾਂਪੁਰਸ਼ਾਂ ਵੱਲੇ ਮੈਨੂੰ ਉਹਨਾਂ ਨੇ ਕਿਹਾ ਸਾਰਿਆਂ ਨੇ ਵੀ ਹਾਜ਼ਰੀ ਲਵਾ ਦੇ, ਵਿਸ਼ੇਸ਼ ਤੌਰ ਤੇ ਬਹੁਤ ਜ਼ੋਰ ਲਾ ਰਹੇ ਨੇ ਇਸ ਪਾਸੇ ਮਹਾਂਪੁਰਸ਼ਾਂ ਦੇ ਬਚਨਾਂ ਤੇ। ਸੰਤ ਜਨੇਰ ਵਾਲੇ ਮਹਿੰਦਰ ਸਿੰਘ ਜੀ ਤੇ ਸੰਤ ਬਲਦੇਵ ਸਿੰਘ ਜੀ ਜੋਗੇ ਵਾਲੇ, ਜਿਨ੍ਹਾਂ ਨੇ ਖਾਸ ਕਰਕੇ ਮੈਨੂੰ ਇਹ ਵੀ ਕਿਹਾ ਸੀ ਮਹਾਂਪੁਰਸ਼ਾਂ ਨੂੰ ਫਤਿਹ ਵੀ ਬੁਲਾਉਣੀ ਮੇਰੇ ਵੱਲੋਂ। ਤੇ ਹੋਰ ਸਾਰੇ ਸੰਤ ਰੌਲੀ ਵਾਲੇ ਸੰਤ ਆਏ ਨੇ, ਕਨਿਆਲ ਵਾਲੇ ਸੰਤ ਆਏ, ਸੰਤ ਧਰਮਕੋਟ ਵਾਲੇ ਜਗਦੇਵ ਸਿੰਘ ਜੀ ਆਏ ਨੇ, ਹੋਰ ਜਿਤਨੇ ਵੀ ਸੰਤ ਆਏ ਆ। ਮੈਂ ਸਾਰਿਆਂ ਦਾ ਨਾਂ ਇੱਥੇ ਲਈਏ ਤਾਂ ਬਹੁਤ ਸਾਰੀ ਲੰਬੀ ਲਿਸਟ ਹੋ ਜਾਵੇਗੀ। ਭਾਈ ਸਾਹਿਬ ਹੋਰਾਂ ਨੇ ਪਹਿਲਾਂ ਸਾਹਿਬ ਸਿੰਘ ਨੇ ਸਾਨੂੰ ਨੂੰ ਆਪਾਂ ਨੂੰ ਸਾਰਿਆਂ ਦੇ ਨਾਂ ਸਰਵਣ ਕਰਵਾ ਦਿੱਤੇ ਨੇ। ਤਾਂ ਮੈਂ ਤਾਂ ਇਹ ਗੱਲ ਕਹੂੰਗਾ ਵੀ ਜੋ ਮਹਾਂਪੁਰਸ਼ਾਂ ਵੱਲੋਂ ਹੁਕਮ ਹੈ, ਉਹ ਤੇ ਅਸੀਂ ਖਾਸ ਕਰਕੇ ਮੋਗੇ ਜ਼ਿਲ੍ਹੇ ਵੱਲੋਂ ਉਹ ਤੇ ਫੁੱਲ ਚੜਾਵਾਂਗੇ। ਸੰਤ ਹਰੀ ਸੋਹਰੀ ਬੈਠੇ ਸਾਡੇ ਨਾਨਕਸਰ ਵਾਲੇ, ਹੋਰ ਜਿਤਨੇ ਮਹਾਂਪੁਰਸ਼ ਨੇ, ਸਾਰਿਆਂ ਵੱਲੋਂ ਹੀ ਮਹਾਂਪੁਰਸ਼ੋ ਜੋ ਤੁਹਾਡਾ ਹੁਕਮ ਹੋਵੇਗਾ ਉਹਦੇ ਤੇ ਫੁੱਲ ਚੜਾਉਂਦੇ ਰਵਾਂਗੇ। ਆਪ ਕਿਰਪਾਲਤਾ ਕਰੋ, ਸਾਨੂੰ ਨਵਾਜ਼ਦੇ ਰਹੋ। ਜੋ ਗੁਰਮਤਿ ਦੇ ਕਾਰਜ ਜਿਵੇਂ ਤੁਹਾਡੀ ਡਿਊਟੀ, ਜਿਵੇਂ ਮਹਾਰਾਜ ਤੁਹਾਨੂੰ ਇਹ ਕਾਰਜ ਕਰਨ ਦਾ ਬਲ ਬਖਸ਼ ਉਦਮ ਬਖਸ਼ ਕਰੇ। ਅਸੀਂ ਸਾਰੇ ਤੁਹਾਡੇ ਨਾਲ ਆ। ਭੁੱਲਾ ਚੁੱਕਾਂ ਦੀ ਖਿਮਾ, ਅੜੇ ਸੋ ਚੜੇ ਸਰਨ ਪਰੇ ਸੋ ਤਰੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨਾਨਕਸਰ ਸੰਪਰਦਾਇ ਵੱਲੋਂ, ਪੁੱਚੋ ਸਾਹਿਬ ਸੰਪਰਦਾਇ ਵੱਲੋਂ, ਨਾਨਕਸਰ ਦੇ ਮੌਜੂਦਾ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਗੁਰਜੀਤ ਸਿੰਘ ਜੀ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਨਿਭਾਉਂਦੇ ਹਨ। ਇਹ ਨਾਲ ਨਵੇਰਾ ਸਮਾਂ ਉਹਨਾਂ ਕੋਲ ਨਹੀਂ ਹੁੰਦਾ ਆਉਣ ਦਾ। ਉਹਨਾਂ ਵੱਲੋਂ ਸਾਡੇ ਵੱਡੇ ਮਹਾਂਪੁਰਖ ਬਾਬਾ ਸੁਖਦੇਵ ਸਿੰਘ ਜੀ ਪੁੱਚੋ ਸਾਹਿਬ ਵਾਲਿਆਂ ਵੱਲੋਂ, ਹੋਰ ਨਾਲ ਦਾਸ ਦੇ ਆਏ ਹੋਏ
ਡੰਗ ਵਾਲੇ ਮਹਾਂਪੁਰਖ ਬਾਬਾ ਸਰਬਜੋਤ ਸਿੰਘ ਜੀ, ਧਰਮਕੋਟ ਵਾਲੇ ਮਹਾਂਪੁਰਖ ਬਾਬਾ ਅਮਰਜੀਤ ਸਿੰਘ ਜੀ, ਸਮੁੱਚੇ ਹੀ ਮਹਾਂਪੁਰਖਾਂ ਵੱਲੋਂ ਹਾਜ਼ਰੀ ਲਵਾ ਰਿਹਾ ਹੈ। ਤੇ ਜਿਵੇਂ ਬੇਅੰਤ ਮਹਾਂਪੁਰਖਾਂ ਨੇ ਆਪਾਂ ਨੂੰ ਦੱਸਣਾ ਕੀਤਾ ਹੈ, ਕੋਈ ਜ਼ਿਆਦਾ ਵਿਚਾਰ ਦੇਣ ਦੀ ਲੋੜ ਨਹੀਂ। ਕੇਵਲ ਤੇ ਕੇਵਲ ਬਾਬਾ ਹਰਨਾਮ ਸੁਣਾ ਨੂੰ ਸਾਡੇ ਵੱਡੇ ਮਹਾਂਪੁਰਖ ਬਾਬਾ ਹਰਭਜਨ ਸਿੰਘ ਜੀ, ਉਹਨਾਂ ਨੇ ਕਿਹਾ ਸੀ ਕਿ ਬਾਬਾ ਜੀ ਅਸੀਂ ਤੁਹਾਡੇ ਨਾਲ ਆ, ਕੋਈ ਵੀ ਪੰਥ ਦਾ ਕਾਰਜ ਹੋਵੇ, ਅਸੀਂ ਸੰਤ ਸਮਾਜ ਤੋਂ ਬਾਹਰ ਨਹੀਂ, ਤੁਸੀਂ ਸੰਤ ਸਮਾਜ ਦੇ ਪ੍ਰਧਾਨ ਹੋ, ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਹੋ, ਅਸੀਂ ਤੁਹਾਡੇ ਨਾਲ ਹਾਂ, ਜੋ ਵੀ ਤੁਹਾਡਾ ਹੁਕਮ ਹੋਵੇਗਾ ਸਿਰ ਮੱਥੇ ਤੇ। ਅੱਜ ਵੀ ਮਹਾਂਪੁਰਖ ਬਾਬਾ ਗੁਰਜੀਤ ਸੋਨਾ ਵੱਲੋਂ, ਬਾਬਾ ਸੁਖਦੇਵ ਸੋਨਾ ਵੱਲੋਂ ਜਿਵੇਂ ਵੱਡੇ ਮਹਾਂਪੁਰਖਾਂ ਨੇ ਕਿਹਾ ਸੀ ਉਵੇਂ ਹੀ ਹੈ ਕਿ ਅਸੀਂ ਬਾਬਾ ਜੀ ਨਾਲ ਹਾਂ। ਜੋ ਬਾਬਾ ਹਰਨਾਮ ਸਿੰਘ ਮਹਾਂਪੁਰਖਾਂ ਦਾ ਹੁਕਮ ਉਹ ਸਾਡੇ ਸਿਰ ਮੱਥੇ ਤੇ ਜਿਵੇਂ ਵੀ ਹੁਕਮ ਕਰਨਗੇ ਉਸੇ ਤਰ੍ਹਾਂ ਫੁੱਲ ਚਾੜੇ ਜਾਣਗੇ। ਨਾਨਕਸਰ ਸੰਪਰਦਾ ਵੱਲੋਂ ਬਾਬਾ ਗੁਰਜੀਤ ਸਿੰਘ ਮਹਾਂਪੁਰਖਾਂ ਵੱਲੋਂ, ਬਾਬਾ ਪੁੱਚੋ ਸਾਹਿਬ ਬਾਬਾ ਸੁਖਦੇਵ ਸਿੰਘ ਮਹਾਂਪੁਰਖਾਂ ਵੱਲੋਂ ਦਾਸ ਹਾਜ਼ਰੀ ਭਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਮਨ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ ਮਹਾਰਾਜ, ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ ਅਤੇ ਸਾਰਾ ਖੜ ਦਰਸ਼ਨ ਸੰਤ ਸਮਾਜ, ਨਿਰਮਲੇ ਉਦਾਸੀ ਨਾਮਸਰ ਸੰਪਰਦਾਵਾਂ, ਲੰਗਰਾਂ ਵਾਲੀਆਂ ਸੰਪਰਦਾਵਾਂ ਅਤੇ ਨਿਹੰਗ ਜਥੇਬੰਦੀਆਂ ਸਾਰਿਆਂ ਨੂੰ ਦਾਸ ਵੱਲੋਂ ਸੀਸ ਝੁਕਾ ਕੇ ਗੁਰਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲੇ ਬਹੁਤ ਹੀ ਸਤਿਕਾਰਯੋਗ ਸਾਰੇ ਮਹਾਂਪੁਰਸ਼ਾਂ ਨੇ ਹਾਜ਼ਰੀ ਲਵਾਈ ਹੈ। ਸਾਡੇ ਵੀਰ ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲਿਆਂ ਨੇ, ਔਰ ਸਾਡੇ ਭਰਾ ਸੰਤ ਬਾਬਾ ਹਾਕਮ ਸਿੰਘ ਗੰਡਾ ਸਾਹਿਬ ਵਾਲਿਆਂ ਨੇ, ਗੰਡੇਵਾਲ ਵਾਲਿਆਂ ਨੇ ਨਿਰਮਲ ਭੇਖ ਵੱਲੋਂ ਹਾਜ਼ਰੀ ਲਵਾ ਦਿੱਤੀ ਹੈ। ਜੋ ਮਹਾਂਪੁਰਸ਼ਾਂ ਨੇ ਜਿਸ ਤਰ੍ਹਾਂ ਜੋ ਬਚਨ ਆਖੇ ਨੇ, ਅਸੀਂ ਉਹਨਾਂ ਦੇ ਨਾਲ ਸਹਿਮਤ ਹਾਂ। ਅਸੀਂ ਹਰ ਸਮੇਂ ਹਰ ਜਗ੍ਹਾ ਟਕਸਾਲ ਦੇ ਹਰ ਹੁਕਮ ਉੱਤੇ ਫੁੱਲ ਚੜਾਵਾਂਗੇ। ਮਹਾਂਪੁਰਸ਼ਾਂ ਨੇ ਜਿਸ ਤਰ੍ਹਾਂ ਸਹਿਮਤੀ ਦਿੱਤੀ ਅਸੀਂ ਉਹਦੇ ਨਾਲ ਹਾਂ, ਕਿਉਂਕਿ ਇਹ ਸੰਪਰਦਾਇ ਨੇ ਪਹਿਲਾਂ ਤੋਂ ਹੀ ਧਰਮ ਦੀ ਰਾਖੀ ਵਾਸਤੇ, ਧਰਮ ਦੇ ਵਾਧੇ ਵਾਸਤੇ ਬਹੁਤ ਹੀ ਸ਼ਲਾਘਾਯੋਗ ਵੱਡੇ ਵੱਡੇ ਉਦਮ ਕੀਤੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸਥਾਪਿਤ ਕੀਤੀ ਗਈ ਇਹ ਟਕਸਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਦੇ ਤੋਂ ਆਰੰਭ ਹੋਈ। ਤੋ ਜਿਨ੍ਹਾਂ ਨੇ ਸ੍ਰੀਮਾਨ ਸੰਤ ਬਾਬਾ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਵਿਦਿਆ ਮਾਰਤੰਡ, ਜਿਨ੍ਹਾਂ ਨੇ ਉਹ ਕਿਰਪਾ ਕੀਤੀ ਸਿੱਖ ਪੰਥ ਦੇ ਉੱਤੇ, ਜਗਤ ਦੇ ਉੱਤੇ, ਕਿ ਉਹ ਵਿਦਿਆਰਥੀ ਪੈਦਾ ਕੀਤੇ, ਤਿਆਰ ਕੀਤੇ ਕਥਾਵਾਚਕ, ਜਿਨ੍ਹਾਂ ਦੀ ਬਦੌਲਤ ਅੱਜ ਤਖਤ ਸਾਹਿਬਾਨਾਂ ਤੇ ਕਥਾਵਾਚਕ ਸੁੱਧ ਪਾਠੀ ਸਾਨੂੰ ਮਿਲ ਰਹੇ ਨੇ। ਉਹੀ ਅੱਗੇ ਬਾਬਾ ਜੀ ਸੁੱਧ ਪਾਠ ਬੋਧ ਜਗ੍ਹਾ ਜਗ੍ਹਾ ਆਪ ਜੀ ਸਮਾਗਮ ਰੱਖ ਕੇ ਸੰਗਤ ਨੂੰ ਦੇ ਰਹੇ ਨੇ, ਜੋ ਇਹਨਾਂ ਦਾ ਮੁੱਖ ਪ੍ਰਯੋਜਨ ਹੈ, ਉਦੇਸ਼ ਹੈ। ਤੇ ਅਸੀਂ ਹਮੇਸ਼ਾ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਰਹੇ ਹਾਂ ਅਤੇ ਰਹਾਂਗੇ। ਟਕਸਾਲ ਦਾ ਅੱਗੇ ਹਰ ਹੁਕਮ ਮੰਨਿਆ ਅਤੇ ਮੰਨਦੇ ਰਵਾਂਗੇ। ਅਸੀਂ ਹਮੇਸ਼ਾ ਟਕਸਾਲ ਦੇ ਨਾਲ ਹਾਂ ਤੇ ਇਸੇ ਤਰ੍ਹਾਂ ਅੱਗੇ ਤੋਂ ਜੋ ਵੀ ਸਮੇਂ ਸਮੇਂ ਤੇ ਜਦੋਂ ਵੀ ਕੋਈ ਲੋੜ ਪਵੇਗੀ, ਜਿੱਥੇ ਜ਼ਰੂਰਤ ਪਵੇਗੀ, ਉੱਥੇ ਅਸੀਂ ਹਾਜ਼ਰ ਹੋਵਾਂਗੇ। ਤਨ ਮਨ ਧਨ ਕਰਕੇ ਮਹਾਂਪੁਰਸ਼ਾਂ ਦਾ ਹੁਕਮ ਸਾਨੂੰ ਸਿਰ ਮੱਥੇ ਤੇ ਪ੍ਰਵਾਨ ਹੈ। ਬਹੁਤ ਧੰਨਵਾਦ। ਮਹਾਂਪੁਰਸ਼ਾਂ ਨੇ ਤੁਹਾਡੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ। ਬਹੁਤ ਖੁਸ਼ੀ ਵੀ ਸਾਰੇ ਸੰਤ ਮਹਾਂਪੁਰਸ਼ਾਂ ਦੇ ਦਰਸ਼ਨ ਦਿਦਾਰੇ ਕਰਕੇ, ਚਰਨ ਧੂੜ ਪ੍ਰਾਪਤ ਕਰਕੇ, ਇਸ ਤਰ੍ਹਾਂ ਅੱਗੇ ਤੋਂ ਵੀ ਪੰਥ ਦੀਆਂ ਕਾਰਜਾਂ ਵਿੱਚ ਚੜ੍ਹਦੀ ਕਲਾ ਆਪਾਂ ਰਲ ਮਿਲ ਕੇ ਸਭ ਨੇ ਸਹਿਯੋਗ ਪਾਉਣਾ ਹੈ ਤੇ ਮਹਾਂਪੁਰਸ਼ਾਂ ਦਾ ਸੰਪਰਦਾਇ ਦਾ, ਟਕਸਾਲ ਦਾ ਆਪਾਂ ਨੇ ਸਹਿਯੋਗ ਦੇਣਾ ਹੈ। ਇੰਨੀ ਕੁ ਬੇਨਤੀ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जितने भी संत महापुरुष इस स्थान ते पहुँचे आ, ਦਾਸ ਵੱਲੋਂ ਸਾਰਿਆਂ ਦੇ ਚਰਨਾਂ ਵਿੱਚ ਜੜੇ ਪਿਆਰ ਤੇ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਮਹਾਂਪੁਰਸ਼ਾਂ ਦੇ ਬਹੁਤ ਵਡਮੁੱਲੇ ਬਚਨ ਸਰਵਣ ਕੀਤੇ, ਜਿਵੇਂ ਬਾਬਾ ਜੀ ਧੂਰਕੋਟ ਵਾਲਿਆਂ ਨੇ ਬਚਨ ਕੀਤੇ, ਬਾਬਾ ਜੀ ਮਹਿਰੋਂ ਵਾਲਿਆਂ ਨੇ, ਬਾਬਾ ਹਾਕਮ ਸਿੰਘ ਜੀ ਜਿਹੜੇ ਨਿਰਮਲ ਸੰਪਰਦਾਇ ਵੱਲੋਂ, ਬਾਬਾ ਜੀ ਉਦਾਸੀਨ ਵੱਲੋਂ, ਆਪਾਂ ਸਾਰਿਆਂ ਨੇ ਬਹੁਤ ਹੀ ਆਉਂਦੇ ਬਚਨ ਜੋ ਦਮਦਮੀ ਟਕਸਾਲ ਵੱਲੋਂ
ਸੇਵਾਵਾਂ ਵਿੱਚ ਸਾਰੇ ਪੰਥ ਨੂੰ ਨਾਲ ਲੈ ਕਰਕੇ ਜੋ ਮੌਜੂਦਾ ਮੁਖੀ ਸੰਤ ਬਾਬਾ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮਹਿਤੇ ਵਾਲੇ ਦਮਦਮੀ ਟਕਸਾਲ ਦੇ ਮੁਖੀ ਸੇਵਾਵਾਂ ਚਲਾ ਰਹੇ ਆ। ਇਸ ਮੌਕੇ ਉੱਤੇ ਵੀ ਆਪਾਂ ਸਾਰੇ ਹੀ ਜਿਵੇਂ ਸਾਰੇ ਮਹਾਂਪੁਰਸ਼ਾਂ ਨੇ ਬਚਨ ਕੀਤਾ ਵੀ ਬਾਬਾ ਜੀ ਦੇ ਨਾਲ ਆ। ਬਾਬਾ ਜੀ ਹਰਖੋਵਾਲ ਵਾਲਿਆਂ ਨੇ ਬਹੁਤ ਪਿਆਰ ਨਾਲ ਬਚਨ ਸਰਵਣ ਕਰਵਾਏ ਆ। ਦਾਸ ਵੀ ਬਾਬਾ ਜੀ ਹੁਣ ਇਹ ਬੇਨਤੀ ਕਰਦਾ ਵੀ ਜਿੰਨੇ ਕਿ ਵੀ ਗੁਰੂ ਸਾਹਿਬ ਸਮਤ ਬਖਸ਼ਣ ਬਲ ਬਖਸ਼ਣ ਨਾਲ ਖੜੇ ਆ। ਇਸੇ ਤਰ੍ਹਾਂ ਗੁਰੂ ਪੰਥ ਦੀ ਸੇਵਾ ਵਿੱਚ ਹਾਜ਼ਰੀ ਭਰਾਂਗੇ। ਮਹਾਰਾਜ ਕਿਰਪਾ ਕਰਨ ਇੰਨੇ ਕੇ ਸਮੇਂ ਵਿੱਚ ਹਾਜ਼ਰੀ ਪ੍ਰਵਾਨ ਕਰਨ, ਕਿਉਂਕਿ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ, ਸਾਰਿਆਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਵਾਏ ਆ। ਜਿਵੇਂ ਵੱਡੇ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਬਸੰਤ ਸਿੰਘ ਜੀ ਨਿਰਮੁਕਟੀ ਜੌਲਾਂ ਵਾਲੇ ਨੇ ਆਪਣੇ ਸਥਾਨ ਤੇ 1920 ਤੋਂ ਲੈ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦਾ ਪ੍ਰਣ ਲਿਆ ਸੀ। ਉਹ ਬਾਬਾ ਜੀ ਦੀ ਕਿਰਪਾ ਸਦਕਾ, ਗੁਰੂ ਗੋਬਿੰਦ ਸਿੰਘ ਮਹਾਰਾਜ ਮਿਹਰ ਸਦਕਾ ਪੰਥ ਦੀ ਸੇਵਾ ਨਿਰਮੁਕਟੀ ਜੌਲਾਂ ਵੱਲੋਂ ਚੱਲ ਰਹੀ ਆ। ਉਹਦੇ ਬਾਬਾ ਜੀ ਸਮੇਂ-ਸਮੇਂ ਅਨੁਸਾਰ ਬਾਬਾ ਹਰਨਾਮ ਸਿੰਘ ਦਰਸ਼ਨ ਦੇ ਕੇ ਸਾਨੂੰ ਨਿਹਾਲ ਕਰਦੇ ਆ, ਸਾਥ ਦਿੰਦੇ ਆ। ਦਾਸ ਫੇਰ ਬੇਨਤੀ ਕਰਦਾ ਵੀ ਜਿਵੇਂ ਮਹਾਂਪੁਰਸ਼ਾਂ ਨੇ ਬਚਨ ਕੀਤੇ, ਦਾਸ ਵੀ ਇਸੇ ਤਰ੍ਹਾਂ ਸਾਰੇ ਮਹਾਂਪੁਰਸ਼ਾਂ ਦੇ ਨਾਲ ਬਾਬਾ ਹਰਨਾਮ ਸਿੰਘ ਨਾਲ ਖੜੇ ਆ। ਇੰਨੀਆਂ ਬੇਨਤੀਆਂ ਨਾਲ ਖੇਮਾ ਦੇ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਪਾਵਨ ਸਥਾਨ ਤੇ ਜੁੜ ਬੈਠਾ ਸਮੁੱਚਾ ਸੰਤ ਸਮਾਜ, ਵੱਖ-ਵੱਖ ਸੰਪਰਦਾਵਾਂ ਅਤੇ ਨਿਹੰਗ ਸਿੰਘ ਦਲਾਂ ਪੰਥਾਂ ਦੇ ਮੁਖੀ ਸਾਹਿਬਾਨ ਸੱਜ ਕੇ ਬੈਠੇ ਹਨ। ਜੋ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ, ਉਹਨਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਆਪਾਂ ਇੱਥੇ ਸਾਰੇ ਹਾਜ਼ਰ ਹੋਏ ਆ। ਸਾਰੇ ਆਪਣੀ ਹਾਜ਼ਰੀ ਅਤੇ ਦਾਸ ਦੀ ਹਾਜ਼ਰੀ ਲਗਾਉਂਦੇ ਹੋਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਗਜਾਇਆ ਹੋਇਆ ਫਤਿਹ ਦਾ ਨਾਰਾ ਆਪਾਂ ਸਾਰੇ ਬੁਲੰਦ ਕਰੀਏ। ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਜੀ ਦੇ ਹੁਕਮ ਅਨੁਸਾਰ ਇੱਥੇ ਹਾਜ਼ਰ ਹੋਏ ਹਨ। ਬਾਬਾ ਸੁਖਦੇਵ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਖਿਆਲੇ ਵਾਲੇ, ਬਾਬਾ ਦਵਿੰਦਰ ਸਿੰਘ ਜੀ ਕਪੂਰਥਲੇ ਵਾਲੇ ਅਤੇ ਹੋਰ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੇ ਇੱਥੇ ਨਹੀਂ ਵੀ ਪਹੁੰਚੇ ਅਤੇ ਦਾਸ ਪਹੁੰਚਿਆ ਹੈ। ਸੋ ਜਿੰਨੇ ਕੁ ਮਾਣ ਕਰਦੇ ਹਨ ਸਾਰਿਆਂ ਦਾ ਵਿਸ਼ਵਾਸ ਜਤਾਉਂਦਿਆਂ ਆਇਆ ਬਾਬਾ ਜੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਸ ਤਰ੍ਹਾਂ ਦੂਜੀਆਂ ਸੰਪਰਦਾਵਾਂ ਦੇ ਮੁਖੀ ਸਾਹਿਬਾਨਾਂ ਨੇ ਆਪ ਜੀ ਨੂੰ ਆਪਣੇ ਵੱਲੋਂ ਭਰੋਸਾ ਦਿੱਤਾ ਹੈ, ਵਿਸ਼ਵਾਸ ਦਿੱਤਾ ਹੈ ਕਿ ਜੋ ਆਪ ਜੀ ਦਾ ਹੁਕਮ ਹੋਵੇਗਾ ਸੋ ਖਿੜੇ ਮੱਥੇ ਪ੍ਰਵਾਨ ਹੋਵੇਗਾ। ਇਸੇ ਤਰ੍ਹਾਂ ਹੀ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਵੀ ਆਪ ਜੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ, ਭਰੋਸਾ ਦਿਵਾਉਂਦੇ ਹਾਂ ਕਿ ਜੋ ਆਪ ਜੀ ਦਾ ਹੁਕਮ ਹੋਵੇਗਾ ਨਿਹੰਗ ਸਿੰਘ ਦਲਾਂ ਪੰਥਾਂ ਨੂੰ ਵੀ ਪ੍ਰਵਾਨ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਸਮੁੱਚੇ ਮਹਾਂਪੁਰਖ, ਨਿਰਮਲ ਸੰਪਰਦਾਇ, ਉਦਾਸੀਨ ਸੰਪਰਦਾਇ, ਨਿਹੰਗ ਸਿੰਘ ਜਥੇਬੰਦੀਆਂ,
ਕਾਰ ਸੇਵਾ ਵਾਲੇ ਮਹਾਂਪੁਰਖ, ਸੇਵਾ ਪੰਥੀ ਮਹਾਂਪੁਰਖ, ਦਾਸ ਦੀ ਸਿਮਰ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੁੱਚੇ ਮਹਾਂਪੁਰਖ ਇਸ ਨਿਮਾਣੇ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਥੋੜ੍ਹੇ ਸਮੇਂ ਵਿੱਚ ਕੀਤੀ ਹੋਈ ਬੇਨਤੀ ਨੂੰ ਇਤਨਾ ਵੱਡਾ ਤੁਸੀਂ ਹੁੰਗਾਰਾ ਦਿੱਤਾ, ਮੈਂ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਸੀ। 150 ਤੋਂ ਉੱਤੇ ਮਹਾਂਪੁਰਖ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਅੱਜ ਸੰਤ ਸਮਾਜ ਦੀ ਵਿਸ਼ੇਸ਼ ਇਕੱਤਰਤਾ ਦੇ ਅੰਦਰ ਪਹੁੰਚੇ ਹੈ। ਔਰ ਸਾਧ ਸੰਗਤ ਜੀ, ਇਸ ਇਕੱਤਰਤਾ ਦੇ ਵਿੱਚ ਤੁਹਾਡਾ ਪਹੁੰਚਣਾ ਇੱਕ, ਮੈਂ ਸਮਝਦਾ ਇਸ ਔਖੀ ਘੜੀ ਦੇ ਵਿੱਚ ਬਹੁਤ ਵੱਡਾ ਇਤਿਹਾਸਕ ਕਦਮ ਹੈ, ਕਿਉਂਕਿ ਪੰਥ ਦੇ ਉੱਤੇ ਵੀ ਬਹੁਤ ਵੱਡੇ ਸੰਕਟ ਮੰਡਰਾ ਰਹੇ ਹੈ। ਪਿਛਲੇ ਲੰਮੇ ਸਮੇਂ ਤੋਂ ਤੁਸੀਂ ਦੇਖ ਰਹੇ ਹੋ, ਪੰਥ ਦੇ ਅੰਦਰ ਬਹੁਤ ਵੱਡੀਆਂ ਵੰਡੀਆਂ ਪਈਆਂ ਹੋਈਆਂ ਹਨ। ਪੰਥ ਦੇ ਅੰਦਰ ਕੁਝ ਐਸੀਆਂ ਧਿਰਾਂ ਵੀ ਪ੍ਰਵੇਸ਼ ਕਰ ਗਈਆਂ ਜਿਹੜੀਆਂ ਪੰਥ ਨੂੰ ਅੱਜ ਖੋਰਾ ਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ। ਸਮੁੱਚਾ ਪੰਥ ਜੇ ਇਕਮੁੱਠ ਹੋ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਚੱਲੇਗਾ ਤਾਂ ਇਹ ਵੱਡੇ ਵੱਡੇ ਸੰਕਟਾਂ ਨੂੰ ਪੰਥ ਬਹੁਤ ਛੇਤੀ ਇਹਨਾਂ ਦਾ ਨਿਵਾਰਨ ਕਰ ਸਕਦਾ ਹੈ। ਪੰਥ ਨੇ ਮੁਗਲਿਆ ਕਾਲ ਤੋਂ ਲੈ ਕੇ ਅੰਗਰੇਜ਼ ਸਾਮਰਾਜ ਅਤੇ ਉਸ ਤੋਂ ਬਾਅਦ ਅੱਜ ਤੱਕ ਦੇ ਵੱਡੇ ਵੱਡੇ ਜਰਬਾਣਿਆਂ ਦਾ ਡਟ ਕੇ ਮੁਕਾਬਲਾ ਕੀਤਾ ਔਰ ਵੱਡੀਆਂ ਵੱਡੀਆਂ ਭੀੜਾਂ ਦੇ ਵਿੱਚੋਂ, ਮੁਸੀਬਤਾਂ ਦੇ ਵਿੱਚੋਂ ਪੰਥ ਗੁਰੂ ਸਾਹਿਬ ਦੀ ਸ਼ਕਤੀ ਦੇ ਨਾਲ ਸੁਰਖਰੂ ਹੋ ਕੇ ਅੱਗੇ ਨਿਕਲਿਆ ਹੈ। ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ, ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਪਰੰਪਰਾਵਾਂ ਨੂੰ, ਸਾਡੇ ਸਿਧਾਂਤਾਂ ਨੂੰ, ਸਾਡੇ ਤਖਤ ਸਾਹਿਬਾਨਾਂ ਦੀ ਸਰਬਉੱਚਤਾ ਨੂੰ, ਸਾਡੀਆਂ ਸਿੱਖ ਸੰਸਥਾਵਾਂ ਨੂੰ ਕੋਝੀ ਢਾਹ ਲਾਉਣ ਦੇ ਯਤਨ ਬੜੇ ਕੋਝੇ ਢੰਗ ਦੇ ਨਾਲ ਪੰਥ ਦੋਖੀ ਲੋਕ ਜਿਹੜੇ ਆ ਉਹ ਬੜੇ ਇਹਨਾਂ ਕੰਮਾਂ ਦੇ ਵਿੱਚ ਲੱਗ ਕੇ ਇਹਨਾਂ ਯਤਨਾਂ ਲਈ ਯਤਨਸ਼ੀਲ ਹਨ। ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਡੋੜੀ, ਗੁਰਮੁਖ ਬੈਸੋ ਸਫਾ ਬਚਾਏ। ਅਸੀਂ ਸਾਰੇ ਆਪਸੀ ਵਿਤਕਰਿਆਂ ਨੂੰ ਦੂਰ ਕਰਕੇ ਇਕਮੁੱਠ ਏਕਤਾ ਦੀ ਲੜੀ ਵਿੱਚ ਆਪਣੇ ਆਪ ਨੂੰ ਪਰੋ ਕੇ ਪੰਥ ਤੇ ਆਏ ਸੰਕਟਾਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਈਏ। ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਸਿੰਘ ਜਿਹੜੇ ਨਜ਼ਰਬੰਦ ਬੈਠੇ ਹੈ, ਉਹਨਾਂ ਦੀ ਰਿਹਾਈ ਲਈ ਸੰਤ ਸਮਾਜ ਅਤੇ ਦਮਦਮੀ ਟਕਸਾਲ ਨੇ ਬਹੁਤ ਵੱਡੇ ਯਤਨ ਕੀਤੇ ਆ। ਅੱਜ ਵੀ ਸਾਡੇ ਯਤਨ ਜਾਰੀ ਹਨ। ਪੰਥ ਦੇ ਹੋਰ ਬਹੁਤ ਵੱਡੇ ਮਸਲੇ ਹਨ ਜਿਨ੍ਹਾਂ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ, ਸੋ ਮੈਂ ਵਿਸਥਾਰ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਅੱਜ ਦੀ ਜੋ ਵਿਸ਼ੇਸ਼ ਇਕੱਤਰਤਾ ਦਾ ਮੁੱਖ ਏਜੰਡਾ ਹੈ, ਮੈਂ ਵੀ ਸਾਰੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸੀ, ਜਿਹੜੇ ਸਿੰਘ ਮਹਾਂਪੁਰਸ਼ਾਂ ਨੂੰ ਬੇਨਤੀਆਂ ਕਰਨ ਭੇਜੇ ਸਨ, ਉਹਨਾਂ ਨੂੰ ਵੀ ਇਹ ਗੱਲ ਖੁੱਲ੍ਹ ਕੇ ਮੈਂ ਆਪਣੇ ਵੱਲੋਂ ਬੇਨਤੀ ਕੀਤੀ ਸੀ ਕਿ ਸਾਰੇ ਮਹਾਂਪੁਰਖਾਂ ਨੂੰ ਚੰਗੀ ਤਰ੍ਹਾਂ ਇਹ ਬੇਨਤੀ ਕਰ ਦਿਓ ਕਿ ਅੱਜ ਦੀ ਇਕੱਤਰਤਾ ਦਾ ਮਕਸਦ ਕੀ ਹੈ। ਉਹ ਮਕਸਦ ਸਾਰੇ ਮਹਾਂਪੁਰਖਾਂ ਨੂੰ ਲਗਭਗ ਪਤਾ ਹੈ, ਸਾਰਿਆਂ ਪਾਸ ਇਹ ਗੱਲ ਪਹੁੰਚ ਚੁੱਕੀ ਹੈ ਕਿ ਆਪਾਂ ਕਿਸ ਮਕਸਦ ਲਈ ਇੱਥੇ ਇਕੱਠੇ ਹੋਏ ਹਾਂ। ਸੋ ਮੈਂ ਜੋ ਸੰਤ ਸਮਾਜ ਵੱਲੋਂ ਅਪੀਲ ਹੈ, ਉਹ ਅਪੀਲ ਤੁਹਾਡੇ ਸਨਮੁਖ ਰੱਖਣ ਜਾ ਰਿਹਾ ਹਾਂ। ਜੋ ਅਸੀਂ ਸਾਰਾ ਮਤਾ ਮਿਲ ਕੇ ਤਿਆਰ ਕੀਤਾ ਹੈ, ਉਹ ਤੁਹਾਡੇ ਚਰਨਾਂ ਵਿੱਚ ਰੱਖਣਾ ਹੈ ਔਰ ਮੈਂ ਆਸ ਕਰਦਾ ਕਿ ਉਸ ਉੱਤੇ ਤੁਸੀਂ ਸਾਰੇ ਬੜੀ ਤਨਦੇਹੀ ਦੇ ਨਾਲ ਫੁੱਲ ਚੜਾਓਗੇ, ਕਿਉਂਕਿ ਪਿਛਲਿਆਂ ਸਮਿਆਂ ਦੇ ਵਿੱਚ ਵੀ ਜਦੋਂ ਪੰਥ ਤੇ ਕਦੇ ਸੰਕਟ ਆਇਆ ਤਾਂ ਸਾਡੀਆਂ ਸਿੱਖ ਸੰਪਰਦਾਵਾਂ ਨੇ, ਸਿੱਖ ਜਥੇਬੰਦੀਆਂ ਨੇ, ਮਹਾਂਪੁਰਖਾਂ ਨੇ
ਮਿਲ ਬੈਠ ਕੇ ਪੰਥਕ ਸੰਕਟ ਦਾ ਹੱਲ ਕਰਨ ਵਾਸਤੇ ਏਕਤਾ ਦੇ ਉੱਤੇ ਪੂਰਾ ਪਹਿਰਾ ਦਿੰਦਿਆਂ ਹੋਇਆਂ ਹਰ ਸਮੇਂ ਪੰਥਕ ਨੂੰ ਪੰਥ ਦੀ ਜਥੇਬੰਦੀ ਨੂੰ ਪੰਥ ਦੇ ਸੰਕਟ ਵਿੱਚੋਂ ਕੱਢਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਲਈ ਜੋ ਅੱਜ ਦੀ ਅਪੀਲ ਹੈ ਉਹ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਸਿਨਮਰ ਬੇਨਤੀ ਕਰਦਾ ਹਾਂ। ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀ ਇੱਕ ਵਿਸ਼ਾਲ ਇਕੱਤਰਤਾ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਵਿਖੇ ਉਚੇਚੇ ਤੌਰ ਤੇ ਅੱਜ ਮਿਤੀ 9 ਫਰਵਰੀ ਦਿਨ ਬੁੱਧਵਾਰ 2022 ਨੂੰ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਸੰਤ ਮਹਾਂਪੁਰਖ, ਉਦਾਸੀਨ, ਨਿਰਮਲੇ, ਕਾਰ ਸੇਵਾ ਵਾਲੇ, ਨਿਹੰਗ ਸਿੰਘ ਜਥੇਬੰਦੀਆਂ ਨਾਲ ਸੰਬੰਧਿਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਜ ਮਹਾਂਪੁਰਖ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਉਚੇਚੇ ਤੌਰ ਤੇ ਪਹੁੰਚੇ ਹਨ। ਅੱਜ ਦੀ ਮੀਟਿੰਗ ਵਿੱਚ ਸਮੂਹ ਹਾਜ਼ਰ ਸੰਤ ਮਹਾਂਪੁਰਸ਼ਾਂ ਨੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਹੈ ਕਿ ਜੋ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਹਨ ਉਹਨਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਉਹ ਮਹਾਨ ਸੰਸਥਾ ਹੈ ਜਿਸ ਦਾ ਜਨਮ ਪੰਥ ਦੀਆਂ ਧਾਰਮਿਕ ਅਤੇ ਰਾਜਨੀਤਿਕ ਚੁਣੌਤੀਆਂ ਭਰਪੂਰ ਪਰਿਸਥਿਤੀਆਂ ਦੌਰਾਨ ਵੱਡੇ ਸੰਘਰਸ਼ ਅਤੇ ਕੁਰਬਾਨੀਆਂ ਦੇ ਪਿੜ ਵਿੱਚ ਹੋਇਆ ਔਰ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਰਾਸਤੀ ਰਸਤਿਆਂ ਦਾ ਸੁੰਦਰੀਕਰਨ ਕਰਨਾ, ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਸ਼ਹੀਦੀ ਯਾਦਗਾਰ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ, ਵਿਰਾਸਤੇ ਖਾਲਸਾ ਸ੍ਰੀ ਅਨੰਦਪੁਰ ਸਾਹਿਬ, ਚੱਪੜਚਿੜੀ ਯਾਦਗਾਰ ਆਦਿ ਦੀਆਂ ਸੇਵਾਵਾਂ ਕਰਕੇ ਸ਼ਾਨਾ ਮਤੇ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਵਡੇਰੇ ਪੰਥਕ ਕਾਰਜਾਂ ਉੱਤੇ ਖਾਲਸਾ ਪੰਥ ਨੂੰ ਬੜਾ ਭਾਰੀ ਮਾਣ ਹੈ। ਮੈਂ ਸਮੁੱਚੇ ਸੰਤ ਸਮਾਜ ਵੱਲੋਂ ਗੁਰੂ ਪੰਥ ਅਤੇ ਪੰਜਾਬ ਵਾਸੀਆਂ ਨੂੰ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾਂ ਲਈ 20 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਾ ਹਾਂ। ਇਸ ਮੌਕੇ ਹਾਜ਼ਰ ਵੱਡੀ ਗਿਣਤੀ ਵਿੱਚ ਸਮੂਹ ਸੰਤ ਮਹਾਂਪੁਰਸ਼ਾਂ ਨੇ ਜੈਕਾਰਿਆਂ ਦੀ ਆਵਾਜ਼ ਵਿੱਚ ਇਸ ਅਪੀਲ ਦੀ ਪ੍ਰੋੜਤਾ ਕੀਤੀ ਔਰ ਸੰਤ ਸਮਾਜ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਹਮਾਇਤ ਕਰਨ ਦਾ ਐਲਾਨ ਕਰਦਾ ਹੈ। ਸੋ ਸਾਧ ਸੰਗਤ ਜੀ, ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਲੰਮੇ ਸਮੇਂ ਤੋਂ ਸੰਤ ਸਮਾਜ ਦਾ ਬਹੁਤ ਵੱਡਾ ਸਾਥ ਲੈਂਦਿਆਂ ਹੋਇਆਂ ਹੀ ਵੱਡੇ ਵੱਡੇ ਪੰਥਕ ਕਾਰਜ ਕੀਤੇ ਹੈ। ਜੇ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਦੇ ਬਹੁਤ ਵੱਡੇ ਕਾਰਜ ਕੀਤੇ ਹੈ ਤਾਂ ਉਹਨਾਂ ਵਿੱਚ ਸੰਤ ਸਮਾਜ ਦੀ ਬਹੁਤ ਵੱਡੀ ਭੂਮਿਕਾ ਹੈ। ਜੇ ਸੰਤ ਸਮਾਜ ਦਾ ਸਹਿਯੋਗ ਨਾ ਹੁੰਦਾ ਤਾਂ ਇਹ ਕਾਰਜ ਸਾਨੂੰ ਅੱਜ ਨਜ਼ਰ ਨਾ ਆਉਂਦੇ। ਸੋ ਮੈਂ ਸਾਰੇ ਮਹਾਂਪੁਰਖਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਹੀ ਪੰਜਾਬ ਦੇ ਕੋਨੇ-ਕੋਨੇ ਵਿੱਚ ਕਮਰ ਕੱਸੇ ਕਰਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਾ ਔਰ ਇਸ ਚੋਣ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਲਈ, ਪੰਥ ਦੀ ਬਿਹਤਰੀ ਲਈ ਜਿੰਨਾ ਵੀ ਆਪਣਾ ਯੋਗਦਾਨ ਤੁਸੀਂ ਪਾ ਸਕਦੇ ਹੋ ਵੱਧ ਚੜ੍ਹ ਕੇ ਆਪਾਂ ਪਾਈਏ। ਇਹ ਮੇਰੀ ਤੁਹਾਡੇ ਚਰਨਾਂ ਵਿੱਚ ਸਿਨਮਰ ਅਪੀਲ ਹੈ, ਕਿਉਂਕਿ ਪਿਛਲੀਆਂ 2 ਇਲੈਕਸ਼ਨਾਂ ਵਿੱਚ ਵੀ ਸੰਤ ਸਮਾਜ ਨੇ ਵੱਡੀ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਮਾਇਤ ਦਿੱਤੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਪੰਜਾਬ ਦੀ ਧਰਤੀ ਤੇ ਬਣਾਈ ਸੀ ਔਰ ਸ਼੍ਰੋਮਣੀ ਅਕਾਲੀ ਦਲ ਇਸ ਸੰਕਟ ਦੇ ਵਿੱਚੋਂ
ਤੁਹਾਡੇ ਆਸ਼ੀਰਵਾਦ ਨਾਲ, ਮਹਾਂਪੁਰਖਾਂ ਦੀਆਂ ਅਰਦਾਸਾਂ ਦੇ ਨਾਲ, ਮਹਾਂਪੁਰਖਾਂ ਦੇ ਸਹਿਯੋਗ ਨਾਲ ਹੀ ਉੱਭਰ ਕੇ ਅੱਗੇ ਆਇਆ। ਇਸ ਵਕਤ ਵੀ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਹਨ। ਐਸੀਆਂ ਵੀ ਧਿਰਾਂ ਹਨ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਇੱਕ ਐਸੀ ਧਿਰ ਵੀ ਹੈ ਜਿਸ ਧਿਰ ਨੇ ਦੇਹਧਾਰੀ ਗੁਰੂ ਡੰਮ ਨਰਕ ਧਾਰੀਆਂ ਦੀ ਪੂਰਨ ਰੂਪ ਦੇ ਵਿੱਚ ਹਮਾਇਤ ਲੈ ਕੇ ਔਰ ਸਿੱਖ ਹਿੱਤਾਂ ਨੂੰ ਸੱਟਾਂ ਮਾਰਨ ਦੇ ਵਿੱਚ ਆਪਣਾ ਬਹੁਤ ਵੱਡਾ ਰੋਲ ਨਿਭਾਉਂਦੀ ਜਾ ਰਹੀ ਹੈ। ਸੋ ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਇਹ ਬਿਖਮ ਔਰ ਕਠਿਨ ਸਮਾਂ ਹੈ। ਤੁਸੀਂ ਸਾਰੇ ਮਹਾਂਪੁਰਖ ਅਸੀਸ ਦਿਓ, ਅਰਦਾਸ ਕਰੋ ਕਿ ਜੋ ਅਪੀਲ ਤੁਹਾਡੇ ਚਰਨਾਂ ਵਿੱਚ ਕੀਤੀ ਹੈ, ਇਸ ਨੂੰ ਸਾਰੀ ਨੂੰ ਆਪਾਂ ਇਸ ਪੰਜਾਬ ਦੀ ਧਰਤੀ ਤੇ ਲਾਗੂ ਕਰਕੇ ਪੰਥ ਦੀ ਚੜ੍ਹਦੀ ਕਲਾ ਵਿੱਚ ਆਪਣਾ ਯੋਗਦਾਨ ਪਾਈਏ। ਇਹ ਮੇਰੀ ਤੁਸੀਂ ਬੇਨਤੀ ਪ੍ਰਵਾਨ ਕਰਨੀ। ਮੈਂ ਸਾਰੇ ਮਹਾਂਪੁਰਖਾਂ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਗੁਰੂ ਨਾਨਕ ਦਲ ਮੜੀਆਂ ਵਾਲਾ ਜਥੇਬੰਦੀ ਦੇ ਮੁਖੀ ਮਹਾਂਪੁਰਖ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਅਚੇਤੇ ਤੌਰ ਤੇ ਪਹੁੰਚੇ ਹੈ। ਨਿਹੰਗ ਸਿੰਘ ਜਥੇਬੰਦੀਆਂ ਵਿੱਚੋਂ ਮਿਸਲ ਸ਼ਹੀਦਾਂ ਤਰਨਾ ਦਲ ਖਿਆਲਾ ਜਥੇਬੰਦੀ ਦੇ ਮੁਖੀ ਮਹਾਂਪੁਰਖ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ, ਰਾਤ ਹੀ ਉਹਨਾਂ ਨੂੰ ਬੇਨਤੀ ਕੀਤੀ ਸੀ। ਉਹਨਾਂ ਨੇ ਆਪਣੇ ਸੁਪੁੱਤਰ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਨੂੰ ਭੇਜਿਆ। ਇਸੇ ਹੀ ਤਰ੍ਹਾਂ ਤਰਨਾ ਦਲ ਮਿਸਲ ਸ਼ਹੀਦਾਂ ਦਸ਼ਮੇਸ਼ ਦਲ ਜਥੇਬੰਦੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਉਚੇਚੇ ਤੌਰ ਤੇ ਦਲ ਪੰਥ ਸਮੇਤ ਪਹੁੰਚੇ ਆ। ਮੈਂ ਇਹਨਾਂ ਜਥੇਬੰਦੀਆਂ ਦਾ ਵੀ ਦਿਲੋਂ ਸ਼ੁਕਰਗੁਜ਼ਾਰ ਹਾਂ। ਹੁਣ ਕੇਵਲ 2 ਮਹਾਂਪੁਰਖਾਂ ਨੇ ਇਸ ਮਤੇ ਦੀ ਪ੍ਰੋੜਤਾ ਕਰਨੀ ਹੈ, ਫਿਰ ਆਪਾਂ ਸਾਰਿਆਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਇਸ ਮਤੇ ਨੂੰ ਪ੍ਰਵਾਨਗੀ ਦੇਣੀ ਹੈ। ਉਸ ਤੋਂ ਬਾਅਦ ਸਾਰੇ ਮਹਾਂਪੁਰਖਾਂ ਦਾ ਇੱਥੇ ਸਨਮਾਨ ਹੋਏਗਾ ਔਰ ਸਨਮਾਨ ਤੋਂ ਬਾਅਦ ਸਾਰਿਆਂ ਨੇ ਲੰਗਰ ਜਲ ਪਾਣੀ ਛਕ ਕੇ ਫਿਰ ਆਪੋ ਆਪਣੇ ਸਥਾਨਾਂ ਨੂੰ ਰਵਾਨਾ ਹੋਣਾ। ਇੱਕ ਮੇਰੀ ਬੇਨਤੀ ਹੈ ਕਿ ਜਦੋਂ ਮਹਾਂਪੁਰਖ ਸਾਰੇ ਬੋਲ ਹਟਣ ਤਾਂ ਆਪਾਂ ਇੱਥੇ ਆ ਜਾਈਏ, ਸਾਰੇ ਇੱਕ ਪਾਸੇ ਇਕੱਠੇ ਹੋ ਜਾਈਏ ਤਾਂ ਕਿ ਮੀਡੀਆ ਸਾਰਾ ਜਿਹੜਾ ਉਹ ਆਪਣੀ ਕਵਰੇਜ ਕਰ ਸਕੇ। ਇਹ ਵੀ ਸਾਰਿਆਂ ਨੇ ਬੇਨਤੀ ਪ੍ਰਵਾਨ ਕਰਨੀ। ਤੁਸੀਂ ਜਿੰਨੇ ਕਦਮ ਚੱਲ ਕੇ ਆਇਓ, ਦਾਸ ਦੇ ਸਿਰ ਉੱਤੇ ਤੁਹਾਡੇ ਕਦਮ ਸੁਭਾਏਮਾਨ ਹੋਣ, ਤੁਹਾਡੀ ਚਰਨ ਧੂੜ ਮੇਰੇ ਮਸਤਕ ਨੂੰ ਪ੍ਰਾਪਤ ਹੋਵੇ। ਮੈਂ ਵੇਖ ਰਿਹਾ ਕਿ ਪਿਛਲੇ 10 ਸਾਲਾਂ ਬਾਅਦ ਸੰਤ ਸਮਾਜ ਦੀ ਐਡੀ ਵੱਡੀ ਇਕੱਤਰਤਾ ਛੋਟੇ ਜਿਹੇ ਸੱਦੇ ਤੇ ਹੋਣੀ ਔਰ ਇਹੋ ਜਿਹੇ ਕਠਿਨ ਸਮੇਂ ਵਿੱਚ ਹੋਣੀ, ਇਹ ਇੱਕ ਅੱਜ ਤੁਸੀਂ ਇਤਿਹਾਸਕ ਦਿਨ ਸਿਰਜ ਦਿੱਤਾ ਹੈ। ਇਤਿਹਾਸਕ ਸਮਾਂ ਮੈਂ ਇਸ ਨੂੰ ਕਹਿ ਸਕਦਾ, ਇਹ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਸੋ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਸਾਰੇ ਸੰਤ ਸਮਾਜ ਨੇ ਇੱਕ ਦੂਸਰੇ ਦਾ ਮੋਢੇ ਨਾਲ ਮੋਢਾ ਜੋੜ ਕੇ, ਕਦਮ ਨਾਲ ਕਦਮ ਮਿਲਾ ਕੇ ਡਟ ਕੇ ਧਰਮ ਦੇ ਪੰਥ ਦੇ ਕਾਰਜਾਂ ਵਿੱਚ ਪੂਰਾ ਆਪਾਂ ਸਹਿਯੋਗ ਦੇਣਾ। ਕਿਉਂਕਿ ਰਾਜਨੀਤਿਕ ਲੋਕਾਂ ਉੱਤੇ ਧਾਰਮਿਕ ਸ਼ਕਤੀ ਦਾ ਜੇ ਕੁੰਡਾ ਰਹੇਗਾ ਤਾਂ ਉਹ ਪੰਥ ਦੇ ਕਾਰਜ ਕਰ ਸਕਣਗੇ। ਜੇ ਆਪਣੇ ਕੁੰਡੇ ਦੀ ਸ਼ਕਤੀ ਆਪਾਂ ਨਾ ਰੱਖੀ ਤਾਂ ਇਹ ਲੋਕ ਵੀ ਕਈ ਵਾਰੀ ਐਸੇ ਰਾਜਨੀਤੀ ਦੇ ਵਹਿਣ ਵਿੱਚ ਵਹਿ ਜਾਂਦੇ ਆ, ਧਰਮ ਤੋਂ ਬਹੁਤ ਪਿੱਛੇ ਚਲੇ ਜਾਂਦੇ ਆ। ਇਸ ਲਈ ਆਪਣਾ ਕੁੰਡਾ ਤੁਸੀਂ ਉੱਤੇ ਰੱਖੋ ਔਰ ਪੰਥ ਦੇ ਕਾਰਜ ਆਪਾਂ ਸਾਰੇ ਚੜ੍ਹਦੀ ਕਲਾ ਨਾਲ ਅੱਗੇ ਹੋ ਕੇ ਕਰਾਈਏ। ਇਹ ਬੇਨਤੀਆਂ ਤੁਸੀਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਅੱਜ ਦੀ ਇਸ ਇਕੱਤਰਤਾ ਵਿੱਚ ਜਿੰਨਾ ਵੀ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਆਇਆ, ਮੈਂ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ, ਮੁਖੀ ਦਮਦਮੀ ਟਕਸਾਲ, ਮੁਖੀ ਸੰਤ ਸਮਾਜ, ਸਮੂਹ ਸੰਤ, ਸਮੂਹ ਜਥੇਬੰਦੀਆਂ, ਸਮੂਹ ਧਾਰਮਿਕ ਜਥੇਬੰਦੀਆਂ, ਫਤਿਹ ਸਾਂਝੀ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਗੱਲ ਬਣਦੀ ਨਹੀਂ, ਕੋਈ ਬੰਦੂਕ ਨਹੀਂ ਤੁਹਾਡੇ ਤੇ ਰੱਖੀ ਵੀ ਤੁਸੀਂ ਫਤਿਹ ਵੀ ਨਹੀਂ ਬੁਲਾ ਸਕਦੇ, ਇੰਨਾ ਡਰ ਕਾਹਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੰਜਾਬ ਦੀ ਅਣਖੀ ਧਰਤੀ, ਇਹ ਪੰਜਾਬ ਦੀਆਂ ਅਣਖੀ ਹਵਾਵਾਂ ਪੁੱਛ ਰਹੀਆਂ ਨੇ ਤੁਹਾਡੇ ਤੋਂ, ਚੋਲਿਆਂ ਵਾਲਿਆਂ ਤੋਂ।
ਬੇਨਤੀ ਸੁਣ ਲੈਣਾ, ਮੈਂ ਤੁਹਾਡਾ ਬੱਚਾ ਹਾਂ, ਕੋਈ ਸਾਧ ਸੰਤ ਬਾਬਾ ਨਹੀਂ। ਮਹਾਂਪੁਰਸ਼ ਬਹੁਤ ਕੁਝ ਕਹਿ ਗਏ ਨੇ। ਇਹ ਪੰਜਾਬ ਦੀ ਅਣਖੀ ਧਰਤੀ, ਇਹ ਪੰਜਾਬ ਦੀਆਂ ਅਣਖੀ ਹਵਾਵਾਂ ਪੁੱਛ ਰਹੀਆਂ ਨੇ ਵਾਤਾਵਰਣ ਦੀਆਂ ਸਰਗੋਸ਼ੀਆਂ ਕੀ ਨੇ। ਰੋਟੀ ਪਾਣੀ ਖਾ ਕੇ ਦਾਲਾ ਜੀ ਫੁਲਕਾ ਜੀ ਇਹਦੇ ਨਾਲ ਗੱਲ ਨਹੀਂ ਬਣਦੀ। ਇਹ ਤਾਂ ਕੋਈ ਵੀ ਕਰ ਸਕਦਾ, ਅਸੀਂ ਕੀ ਲੈਣਾ ਜੀ, ਸਾਨੂੰ ਕੀ ਪਤਾ ਜੀ, ਸਾਨੂੰ ਕੀ ਲੋੜ ਆ ਜੀ। ਨਹੀਂ ਨਹੀਂ ਨਹੀਂ, ਮੈਂ ਇੱਕ ਬੇਨਤੀ ਕਰਾਂਗਾ, ਜਿਸ ਕੌਮ ਦੀ ਜਥੇਬੰਦੀ ਨਾ ਹੋਵੇ ਉਹ ਬਗੈਰ ਕਿਤਾਬ ਦੇ ਜਿਲਦ ਦੇ ਹੁੰਦੀ ਲੋਕ ਬੱਚੇ ਪਾੜ ਕੇ ਸੁੱਟ ਦਿੰਦੇ ਨੇ। ਬੱਚੇ ਪਾੜ ਕੇ ਸੁੱਟ ਦਿੰਦੇ ਨੇ, 1 ਮਿੰਟ ਲੱਗਦਾ। ਕਿਸੇ ਵੀ ਫਿਰਕੇ ਨੂੰ ਕੌਮ ਵਿੱਚ ਬਦਲਣਾ ਹੋਵੇ 6 ਚੀਜ਼ਾਂ ਚਾਹੀਦੀਆਂ ਨੇ। ਉਹਨਾਂ ਦਾ ਆਪਣਾ ਧਰਮ ਗ੍ਰੰਥ ਹੋਵੇ, ਸਤਿਗੁਰਾਂ ਨੇ ਸ਼ਹਾਦਤ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਆ ਸੁਣ ਲੈਣਾ ਜ਼ਰਾ, ਸਤਿਗੁਰਾਂ ਨੇ ਸਿੱਖ ਨੂੰ ਸਿਰਫ ਤਪੜ ਕਸੀਆ ਨਹੀਂ ਬਣਾਇਆ, ਸਿੱਖ ਅਰਬਾਂ ਪਤੀ ਹੋ ਸਕਦਾ। ਸ਼੍ਰੀ ਅੰਮ੍ਰਿਤ ਸਾਹਿਬ ਨੂੰ ਵਪਾਰਕ ਕੇਂਦਰ ਬਣਾ ਕੇ ਸਿੱਖਾਂ ਨੂੰ ਵਪਾਰਕ ਉਸ ਪਾਸੇ ਨੂੰ ਲਾਇਆ ਤੇ ਸਿੱਖ ਦਿਨਾਂ ਵਿੱਚ ਅਮੀਰ ਹੋ ਗਏ, ਘੋੜਿਆਂ ਦਾ ਵਪਾਰ ਕਰਨ ਲੱਗ ਪਏ ਤੇ ਯੋਧੇ ਬਣ ਗਏ। ਤੀਸਰਾ, ਸਿੱਖਾਂ ਨੂੰ ਉਹਨਾਂ ਦੀ ਆਪਣੀ ਇੱਕ ਜਥੇਬੰਦੀ ਬਣਾ ਦਿੱਤੀ। ਇਹ ਨਹੀਂ ਵੀ ਲੋਕਾਂ ਨੂੰ ਮਾਰਨ ਲਈ, ਲੋਕਾਂ ਨੂੰ ਕੁਝ ਕਹਿਣ ਲਈ, ਸੈਲਫ ਡਿਫੈਂਸ ਲਈ। ਫਿਰ ਬੇਨਤੀ ਸੁਣਨਾ ਜ਼ਰਾ, ਜਿੱਥੇ ਤੁਸੀਂ ਜਾਓਗੇ ਕਿਸੇ ਨੂੰ ਤਾਂ ਕਹੋਗੇ ਵੋਟ ਦੇਣੀ ਆ, ਉਹ ਇਹ ਗੱਲ ਕਹੇਗਾ, ਉਹ ਸਭ ਤੋਂ ਪਹਿਲਾਂ ਇੱਕੋ ਗੱਲ ਕਹਿੰਦਾ, ਜੀ ਤੁਹਾਨੂੰ ਆਉਣ ਦੀ ਕੀ ਲੋੜ ਆ, ਅਸੀਂ ਤਾਂ ਤੁਹਾਡੇ ਹੀ ਆ। ਉਹਦੇ ਇੱਥੇ ਕੀ ਆ ਕਿਸੇ ਨੂੰ ਨਹੀਂ ਪਤਾ, ਉਹਦੇ ਇੱਥੇ ਕੀ ਆ ਕਿਸੇ ਨੂੰ ਨਹੀਂ ਪਤਾ। ਤੁਹਾਨੂੰ ਕੌਨਫੀਡੈਂਸ ਕ੍ਰੀਏਟ ਕਰਨਾ ਪਏਗਾ ਪਬਲਿਕ ਦੇ ਵਿੱਚ ਕਿ ਤੁਸੀਂ ਉਹਨਾਂ ਦੇ ਹੋ, ਤੁਸੀਂ ਉਹਨਾਂ ਲਈ ਮਰੋਗੇ, ਤੁਸੀਂ ਉਹਨਾਂ ਲਈ ਜੀਓਗੇ। ਬਾਬਾ ਜੀ ਨੇ ਬਹੁਤ ਦੂਰ ਦੇ ਬਚਨ ਕੀਤੇ ਨੇ, ਬਹੁਤ ਕੁਝ ਕਹਿ ਦਿੱਤਾ ਕਿ ਰਾਜਨੀਤੀ ਤੇ ਧਰਮ ਦਾ ਕੁੰਡਾ ਹੋਵੇ। ਮੈਂ ਤਾਂ ਬੇਨਤੀ ਕਰ ਸਕਦਾ ਮਹਾਂਪੁਰਸ਼ਾਂ ਨੂੰ, ਕੀ ਸੰਤ ਸਮਾਜ ਦੀ ਇੱਦਾਂ ਦੀ ਕੋਈ ਕਮੇਟੀ ਮਹਾਂਪੁਰਸ਼ ਜਿਹਦੇ ਆਪ ਹੀ ਪ੍ਰਧਾਨ ਹੋਣ, ਤਾਂ ਕਿ ਇੱਕ ਸੰਤ ਸਮਾਜ ਇੱਕ ਆਪਣਾ, ਅੱਜ ਦੇਖਿਆ ਤੁਸੀਂ ਸਾਰੀਆਂ ਪਾਰਟੀਆਂ ਦੱਸ ਰਹੀਆਂ ਅਸੀਂ ਪੰਜਾਬ ਲਈ ਆਹ ਕਰਾਂਗੇ। ਸੰਤ ਸਮਾਜ ਕੀ ਦੇਗਾ? ਤੁਸੀਂ ਕੀ ਦਿਓਗੇ? ਅੱਜ 200-250 ਮੈਂਬਰ ਆਏ ਹੋ, ਬੈਠੇ ਹੋ, ਦੱਸੋਗੇ ਸੰਤ ਸਮਾਜ ਜੇ ਪੁੱਛੇਗਾ ਤੁਸੀਂ ਕੀ ਕਰਨ ਜਾ ਰਹੇ ਹੋ ਅਗਲੇ 5 ਸਾਲਾਂ 'ਚ? ਖਿਆਲ ਰੱਖਣਾ, ਝੋਟਾ ਮਰ ਗਿਆ ਜੂਆਂ ਨਾਲ ਹੀ ਲੈ ਜਾਂਦੇ ਨੇ। ਜੇ ਪੰਥ ਨਾ ਰਿਹਾ ਤੁਸੀਂ ਬਚੋਗੇ ਨਹੀਂ, ਪੰਥ ਨਾ ਰਿਹਾ ਤੁਸੀਂ ਬਚਾਂਗੇ ਨਹੀਂ। ਰੋਟੀ ਪਾਣੀ ਤਾਂ ਚੱਲਦਾ ਹੀ ਰਹਿੰਦਾ, ਉਹ ਤਾਂ ਖਾਂਦੇ ਹੀ ਨੇ ਸਾਰੇ, ਉਹ ਤਾਂ ਖਾਂਦੇ ਹੀ ਨੇ। ਅੱਜ ਬੈਠੇ ਹਾਂ, ਕਾਲੀ ਕੋਈ ਨਹੀਂ ਜਾਣਦੀ, ਕੋਈ ਵਿਚਾਰ ਤਾਂ ਦਿਓ। ਸੰਤ ਸਮਾਜ ਬੈਠਾ, ਮਾਰੇ ਮਹਾਂਪੁਰਸ਼ ਬੈਠੇ ਨੇ, ਸ਼੍ਰੀਮੰਤ ਸੰਤ ਬਾਬਾ ਹਰਨਾਮ ਸਿੰਘ ਜੀ, ਹੋਰ ਸਾਰੇ ਆਪ ਜੀ ਬੈਠੇ ਹੋ, ਨਾਮ ਜਪ ਲੈਣਾ ਇਹ ਕੋਈ ਵੱਡੀਆਂ ਗੱਲਾਂ ਨਹੀਂ, ਇਹ ਕੋਈ ਵੱਡੀ ਗੱਲ ਨਹੀਂ। ਸਾਡੇ ਸਤਿਗੁਰਾਂ ਨੇ ਮਾਲਾ ਫੜ ਕੇ ਬਹਿਣ ਲਈ ਨਹੀਂ ਕਿਹਾ, ਖਿਆਲ ਰੱਖਣਾ। ਉਹ ਤਾਂ ਧਰਮ ਦੀ ਗੱਲ ਇੱਕ ਪਾਸੇ ਰੱਖ ਕੇ ਸ੍ਰੀ ਸਾਹਿਬ ਹੱਥ 'ਚ ਫੜੀ ਸੀ, ਜ਼ੁਲਮ ਦੇ ਖਿਲਾਫ, ਜ਼ੁਲਮ ਦੇ ਖਿਲਾਫ ਲੜੇ। ਤੁਸੀਂ ਜ਼ੁਲਮ ਸਹਿ ਸਕਦੇ ਹੋ ਤਾਂ ਕੋਈ ਗੱਲ ਨਹੀਂ, ਪਰ ਸੱਚ ਤੇ ਹੱਕ ਦੀ ਗੱਲ ਤੇ ਕਰਨੀ ਪਏਗੀ ਨਾ। ਕਰੋਗੇ ਡਟ ਕੇ, ਕਰੋਗੇ, ਕਹੋਗੇ ਸੱਚ। ਕਹਿਣ ਨੂੰ ਤੇ ਬਹੁਤ ਕੁਝ ਹੈ, ਕਿਹਾ ਜਾ ਸਕਦਾ, ਪਰ ਮੈਂ
ਪ੍ਰੋੜਤਾ ਕਰਦਾ ਹਾਂ ਜੋ ਆਪ ਜੀ ਦਾ ਮਤਾ ਪੜਿਆ ਗਿਆ। ਜਿਵੇਂ ਵੀ ਮਹਾਂਪੁਰਸ਼ ਕਹਿਣਗੇ ਇਨ ਬਿਨ ਉਸ ਤਰ੍ਹਾਂ ਹੀ ਅਸੀਂ ਨਾਲ ਹਾਂ ਮਹਾਂਪੁਰਸ਼ਾਂ ਦੇ। ਬਾਕੀ ਵਿਚਾਰਾਂ ਫਿਰ ਕੀਤੀਆਂ ਜਾ ਸਕਦੀਆਂ ਨੇ ਕਿਉਂਕਿ ਸਮਾਂ ਉਹਨਾਂ ਕੀ ਹੈ। ਆਓ ਫਤਿਹ ਸਾਂਝੀ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼ਹੀਦਾਂ ਵਿਖੇ ਇਕੱਤਰ ਹੋਇਆ ਸਮੁੱਚਾ ਸੰਤ ਸਮਾਜ, ਧਾਰਮਿਕ ਜਥੇਬੰਦੀਆਂ ਦੇ ਮੁਖੀ, ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ, ਵੱਖ-ਵੱਖ ਸੰਪਰਦਾਵਾਂ, ਅਤੀ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਸੰਤ ਸਮਾਜ, ਸਭ ਤੋਂ ਪਹਿਲਾਂ ਅਦਬ ਸਹਿਤ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਹਾਂਪੁਰਸ਼ਾਂ ਨੇ ਇੱਕ ਸੁਨੇਹਾ ਲਾ ਕੇ ਸਮੁੱਚੇ ਸੰਤ ਸਮਾਜ ਨੂੰ ਇਕੱਤਰ ਕੀਤਾ ਹੈ ਤਾਂ ਕਿ ਸਮੇਂ ਮੁਤਾਬਕ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਜਾ ਸਕਣ। ਮਹਾਂਪੁਰਸ਼ਾਂ ਨੇ ਬੜੇ ਵਿਸਥਾਰ ਨਾਲ ਦੱਸਿਆ ਏ ਕਿ ਪੰਥ ਬੜੇ ਨਾਜ਼ੁਕ ਹਾਲਾਤਾਂ ਵਿੱਚੋਂ ਦੀ ਗੁਜ਼ਰ ਰਿਹਾ ਏ। ਉਸ ਵੇਲੇ ਜ਼ਿੰਮੇਵਾਰੀ ਬਣਦੀ ਏ ਕਿ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਇਹ ਵਿਚਾਰਾਂ ਕਰੀਏ, ਕਿਉਂਕਿ ਗੁਰੂ ਸਾਹਿਬ ਜੀ ਨੇ ਜਿੱਥੇ ਸਿੱਖ ਨੂੰ ਸੇਵਾ ਤੇ ਸਿਮਰਨ ਵਾਲਾ ਜੀਵਨ ਬਖਸ਼ਿਸ਼ ਕੀਤਾ ਏ, ਉੱਥੇ ਨਾਲ ਸਮਾਜਿਕ, ਆਰਥਿਕ ਤੇ ਰਾਜਨੀਤਿਕ ਤੌਰ ਤੇ ਵੀ ਸੁਚੇਤ ਰਹਿਣ ਲਈ ਪ੍ਰੇਰਨਾ ਕੀਤੀ ਏ, ਜਿਹੜਾ ਕਿ ਬਹੁਤ ਬੜਾ ਵੱਡਾ ਸਿਧਾਂਤ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਏ ਕਿ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਏ। ਉਹਦੀ ਰੋਸ਼ਨੀ ਦੇ ਵਿੱਚ ਮਹਾਂਪੁਰਸ਼ਾਂ ਨੇ ਇਹ ਪਰਉਪਕਾਰ ਕਰਦੇ ਹੋਏ, ਆਪਣੀ ਇਖਲਾਕੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਦਾ ਇਹ ਇਕੱਠ ਕੀਤਾ ਏ ਕਿ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਏ, ਸਾਨੂੰ ਵੀ ਵਿਚਾਰ ਕਰਨੀ ਚਾਹੀਦੀ ਏ। ਉਹਨਾਂ ਨੇ ਦੋ ਗੱਲਾਂ ਕੀਤੀਆਂ ਵਿਸ਼ੇਸ਼ ਤੌਰ ਤੇ ਆਪਣੇ ਮਤੇ ਵਿੱਚ। ਪਹਿਲੀ ਗੱਲ ਇਹ ਕੀਤੀ ਏ, ਜਿਹਦੀ ਸਮੁੱਚੀ ਸੰਗਤ ਨੇ ਪ੍ਰਵਾਨਗੀ ਦਿੱਤੀ ਏ ਜੰਕਾਰੇ ਲਾ ਕੇ, ਕਿ ਅਸੀਂ ਸ਼੍ਰੋਮਣੀ ਅਕਾਲੀ ਦਲ BSP ਦੇ ਕੈਂਡੀਡੇਟਾਂ ਦੀ ਆਪਣੇ ਆਪਣੇ ਹਲਕੇ ਵਿੱਚ ਮਦਦ ਕਰੀਏ ਤੇ ਇਹਨਾਂ ਦੋ ਰਾਜਨੀਤਿਕ ਪਾਰਟੀਆਂ ਦੀ ਪੰਜਾਬ ਦੇ ਵਿੱਚ ਸਰਕਾਰ ਲਿਆਈਏ। ਨਾਲ ਅਗਲੀ ਗੱਲ ਕੀਤੀ ਏ ਕਿ ਇਹ ਸਰਕਾਰ ਲਿਆਉਣੀ ਕਿਉਂ ਜ਼ਰੂਰੀ ਏ। ਇਹ ਤਦ ਕਰਕੇ ਜ਼ਰੂਰੀ ਏ ਕਿ ਜਿਹੜੀਆਂ ਦਰਪੇਸ਼ ਮੁਸ਼ਕਲਾਂ ਪੰਥ ਨੂੰ ਨੇ, ਉਹਦੇ ਲਈ ਅਸੀਂ ਜ਼ੋਰਦਾਰ ਢੰਗ ਦੇ ਨਾਲ ਇਹ ਸਰਕਾਰ ਤੇ ਦਬਾਅ ਬਣਾ ਸਕਾਂਗੇ। ਜਿਵੇਂ ਬੰਦੀ ਸਿੰਘਾਂ ਦੀ ਗੱਲ ਹੋਈ ਏ, ਜਿਹੜਾ ਬਹੁਤ ਵੱਡਾ ਕੌਮੀ ਮੁੱਦਾ ਏ, ਉਹਦੇ ਨਾਲ ਨਾਲ ਜਦੋਂ ਵੀ ਪੰਜਾਬ ਦੇ ਵਿੱਚ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਏ, ਉਸ ਵੇਲੇ ਆਪਣੇ ਵਿਰਸੇ ਨੂੰ ਸੰਭਾਲਣ ਲਈ ਵੱਡੀਆਂ ਯਾਦਗਾਰਾਂ ਜਿਹੜੀਆਂ ਨੇ ਸਰਕਾਰੀ ਤੌਰ ਤੇ ਸਥਾਪਿਤ ਕੀਤੀਆਂ ਗਈਆਂ ਨੇ, ਜਿਨ੍ਹਾਂ ਦਾ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਏ। ਚੱਪੜਚਿੜੀ ਦੇ ਮੈਦਾਨ ਵਿੱਚ ਵੱਡਾ ਕੱਲੂਕਾਰਾ ਕੁੱਪ ਕੀੜੇ ਸੰਗਰੂਰ ਵਿੱਚ ਵੱਡੀ ਯਾਦਗਾਰ ਬਣੀ ਏ। ਕਾਹਨੋਵਾਨ ਦੇ ਛੰਭ ਵਿੱਚ ਛੋਟਾ ਕੱਲੂਕਾਰਾ ਯਾਦਗਾਰ ਬਣੀ ਏ। ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਡਿਵੈਲਪਮੈਂਟ ਹੋਈ ਏ। ਉੱਥੇ ਨਾਲ ਹੀ ਨਾਲ ਸਿੱਖਾਂ ਦੇ ਜਾਨਾਂ ਤੋਂ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਗਿਰਦੇ ਵਿੱਚ ਬਹੁਤ ਸੁੰਦਰਤਾ ਨੂੰ ਵਧਾਉਣ ਲਈ ਸਰਕਾਰ ਵੱਲੋਂ ਕਰੋੜਾਂ ਅਰਬਾਂ ਰੁਪਈਆ ਲਾਇਆ ਗਿਆ ਏ। ਮੈਂ ਗੱਲ ਇੱਥੇ ਹੀ ਬਸ ਨਹੀਂ ਕਰਦਾ। ਜੇ ਮਹਾਂਪੁਰਸ਼ਾਂ ਦੀ ਇਹ ਦੂਰ ਅੰਦੇਸ਼ੀ ਸੀਗੀ, 1984 ਵਿੱਚ ਸਮੇਂ ਦੀ ਹਕੂਮਤ ਨੇ ਬਹੁਤ ਬੜਾ ਵੱਡਾ ਇੱਕ ਕਾਂਡ ਕਰਕੇ
ਸ੍ਰੀ ਸੱਚਖੰਡ ਹਰਮੰਦਰ ਸਾਹਿਬ ਦੇ ਦਿਵਾਲੇ ਟੈਂਕਾਂ ਤੇ ਤੋਪਾਂ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕੀਤਾ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਛਲਣੀ ਕੀਤਾ। ਵੱਡਾ ਸੰਘਰਸ਼ ਹੋਇਆ, ਬਹੁਤ ਸ਼ਹਾਦਤਾਂ ਹੋਈਆਂ, ਸਿੱਖਾਂ ਦੇ ਹਿਰਦੇ ਵਲੂੰਦਰੇ ਗਏ। ਲੇਕਿਨ ਉਹੀ ਸਰਕਾਰਾਂ ਸੀਗੀਆਂ, ਕੋਈ ਗੱਲ ਨਹੀਂ ਸੀ ਕਰ ਸਕਦਾ। ਲੇਕਿਨ ਮਹਾਂਪੁਰਸ਼ਾਂ ਦੀ ਦੂਰ ਅੰਦੇਸ਼ੀ ਨੇ ਵਿਚਰਦਿਆਂ ਹੋਇਆਂ ਐਸਾ ਉਪਰਾਲਾ ਕੀਤਾ ਕਿ 1984 ਦੇ ਸ਼ਹੀਦਾਂ ਦੀ ਯਾਦਗਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬਣੀ। ਇਹ ਬਣਾ ਸਕੇ ਤੇ ਕੇਵਲ ਸੰਤ ਬਾਬਾ ਹਰਨਾਮ ਸਿੰਘ ਜੀ ਭਿੰਡਰਾਂ ਵਾਲੇ। ਜਿਹੜੀ ਗੱਲ ਸੰਤ ਬਾਬਾ ਗੁਰਦਿਆਲ ਸਿੰਘ ਜੀ ਕਰਕੇ ਗਏ ਨੇ ਕਿ ਅਸੀਂ ਕਈ ਵਾਰੀ ਕਹਿ ਦਿੰਦੇ ਆ ਕਿ ਸਾਨੂੰ ਕੀ ਲੋੜ ਏ, ਸਾਨੂੰ ਕੀ ਜ਼ਰੂਰਤ ਹੈ ਰਾਜਨੀਤੀ ਵਿੱਚ ਆਉਣ ਲਈ। ਪੰਥ ਦੇ ਬੋਲਬਾਲੇ ਲਈ, ਸਿੱਖੀ ਦੇ ਬੋਲਬਾਲੇ ਲਈ, ਆਪਣੀ ਚੜ੍ਹਦੀ ਕਲਾ ਲਈ ਸਾਨੂੰ ਰਾਜਨੀਤੀ ਵਿੱਚ ਵੀ ਵਿਚਾਰ ਕਰਨੀ ਪਵੇਗੀ ਕਿ ਕਿਹੜੇ ਲੋਕ ਅੱਗੇ ਆਉਣ ਤਾਂ ਕਿ ਅਸੀਂ ਉਹਨਾਂ ਉੱਤੇ ਆਪਣਾ ਦਬਾਅ ਬਣਾ ਕੇ ਪੰਥ ਦੇ ਬੋਲਬਾਲੇ ਲਈ, ਕੌਮ ਦੀ ਚੜ੍ਹਦੀ ਕਲਾ ਲਈ ਕੁਝ ਕਾਰਜ ਕਰਵਾ ਸਕੀਏ। ਮੈਂ ਅੱਜ ਗੁਰਦੁਆਰਾ ਸਾਹਿਬ ਜੀ ਦੇ ਵਿਹੜੇ ਵਿੱਚ ਖਲੋ ਕੇ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਹ ਕੇਵਲ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਲੰਮੀ ਤੇ ਡੂੰਘੀ ਸੋਚ ਹੈ, ਜਿਨ੍ਹਾਂ ਦੇ ਕਰਕੇ ਇੰਨੀ ਵੱਡੀ ਤੌਰ ਤੇ ਜਿਹੜੀਆਂ ਸ਼ਹੀਦੀ ਯਾਦਗਾਰਾਂ ਅਸਾਰੀਆਂ ਗਈਆਂ ਨੇ ਤੇ 84 ਦੇ ਸ਼ਹੀਦਾਂ ਦੀ ਯਾਦਗਾਰ ਵੀ ਅਸਾਰੀ ਗਈ ਹੈ, ਜਿਹੜਾ ਬਹੁਤ ਬੜਾ ਵੱਡਾ ਕਾਰਜ ਹੈ। ਅੱਜ ਹਿੰਦੁਸਤਾਨ ਦੀ ਸਰਕਾਰ ਦੀ ਹਿੱਕ ਉੱਤੇ ਇੱਕ ਜਗਦਾ ਹੋਇਆ ਦੀਵਾ ਹੈ। ਇਸ ਕਰਕੇ ਅੱਜ ਸਮਾਂ ਹੈ ਅਸੀਂ ਆਪਣੇ اخلاقی ਫਰਜ਼ ਨੂੰ ਸਮਝੀਏ, ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ ਤੇ ਮਹਾਂਪੁਰਸ਼ਾਂ ਵੱਲੋਂ ਅਲੀਕੇ ਪ੍ਰੋਗਰਾਮ ਤੇ ਦਿਨ ਰਾਤ ਇੱਕ ਕਰਕੇ ਪਹਿਰਾ ਦਈਏ। ਸੋ ਮੈਂ ਆਪਣੇ ਵੱਲੋਂ ਸੰਪਰਦਾਇ ਨਿੱਕੇ ਘੁੰਮਣਾ ਵੱਲੋਂ ਮਹਾਂਪੁਰਸ਼ਾਂ ਵੱਲੋਂ ਜੋ ਮਤਾ ਪੜਿਆ ਗਿਆ ਹੈ ਉਹਦੀ ਪ੍ਰੋੜਤਾ ਕਰਦਾ ਹਾਂ ਤੇ ਆਪ ਸਾਰੇ ਸੰਗਤਾਂ ਨੂੰ ਅਦਬ ਸਹਿਤ ਨਿਮਰਤਾ ਦੇ ਨਾਲ ਬੇਨਤੀ ਕਰਾਂਗਾ ਕਿ ਇੱਕ ਜੰਕਾਰਾ ਛੱਡਿਆ ਜਾਵੇਗਾ। ਸਾਰਿਆਂ ਨੇ ਬੁਲੰਦ ਆਵਾਜ਼ ਵਿੱਚ ਜੰਕਾਰੇ ਦਾ ਜਵਾਬ ਦੇਣਾ ਹੈ ਤਾਂ ਕਿ ਮਹਾਂਪੁਰਸ਼ਾਂ ਨੂੰ ਅਸੀਂ ਇਹ ਯਕੀਨ ਦਿਵਾ ਸਕੀਏ ਕਿ ਤੁਸੀਂ ਸਾਡੇ ਪਰਿਵਾਰ ਦੇ ਮੁਖੀ ਜੇ, ਤੁਹਾਡੀ ਸੋਚ ਵੱਡੀ ਏ, ਤੁਹਾਡਾ ਹਿਰਦਾ ਵਿਸ਼ਾਲ ਏ ਤੇ ਆਉਣ ਵਾਲੇ ਭਵਿੱਖ ਨੂੰ ਤੁਸੀਂ ਸਮਝਦੇ ਜੇ। ਇਸ ਕਰਕੇ ਪੰਥ ਦੇ ਚੰਗੇ ਕਾਰਜਾਂ ਲਈ ਆਪ ਦੂਰ ਅੰਦੇਸ਼ੀ ਤੋਂ ਕੰਮ ਲੈਂਦੇ ਹੋਏ ਸਾਡੀਆਂ ਡਿਊਟੀਆਂ ਲਾਉਂਦੇ ਜੇ ਤੇ ਅਸੀਂ ਤੁਹਾਡੇ ਵੱਲੋਂ ਲਾਈਆਂ ਗਈਆਂ ਡਿਊਟੀਆਂ ਦੇ ਇਨ ਬਿਨ ਪੂਰੇ ਉਤਰਾਂਗੇ। ਇਸ ਗੱਲ ਦਾ ਵਿਸ਼ਵਾਸ ਦਈਏ। ਇੱਕ ਜੰਕਾਰਾ ਛੱਡੀਏ, ਬੋਲੇ ਸੋ ਨਿਹਾਲ। ਸੋ ਮੈਂ ਫਿਰ ਦੁਬਾਰਾ ਆਪਣੇ ਵੱਲੋਂ ਸੰਪਰਦਾਇ ਨਿੱਕੇ ਘੁੰਮਣਾ ਵੱਲੋਂ ਮਹਾਂਪੁਰਸ਼ਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਦੋਂ ਵੀ ਜਿਸ ਕਾਰਜ ਵਾਸਤੇ ਵੀ ਆਪ ਜੀ ਦਾ ਹੁਕਮ ਹੋਏਗਾ, ਸੰਪਰਦਾਇ ਨਿੱਕੇ ਘੁੰਮਣ ਅੱਗੇ ਹੋ ਕੇ ਪਹਿਰਾ ਦੇਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरु रूप गुरु खालसा साध संगत जी कहवे को शोभा नहीं देखा कि परवान पर अपकार नित चतपते। मेरा कहने का मतलब है श्रीमान संत बाबा हरनाम सिंह जी खालसा पिंडरां वाले, उन्होंने वो साध संगत समा दिखाता ਜਿਹੜਾ ਕਿਸੇ ਸਮੇਂ ਸੰਤ ਬਾਬਾ ਜਰਨੈਲ ਸਿੰਘ ਜੀ ਜਦੋਂ ਮਤਾ ਸੁਣਾਇਆ ਕਰਦੇ ਨਾ ਅਕਾਲ ਤਖਤ ਤੇ ਖੜ ਕੇ ਤੇ ਸਿੱਖ ਸੰਗਤਾਂ ਨੂੰ ਕਹਿਣਾ, ਸੰਗਤ ਜੀ ਇਹ ਮਤੇ ਦੀ ਪ੍ਰਵਾਨਗੀ ਕਿਵੇਂ ਦੇਣੀ ਹੈ? ਆਪਾਂ ਮਤੇ ਦੀ ਪ੍ਰਵਾਨਗੀ ਮਹਾਂਪੁਰਖਾਂ ਦੀ ਤਾਂ ਦੇਣੀ ਹੈ ਦੋਨੇ ਹੱਥ ਖੜੇ ਕਰਕੇ ਤੇ ਜਕਾਰੇ ਛੱਡ ਕੇ। ਇੱਕ ਤਾਂ ਆਪਣੀ ਸੁਸਤੀ ਲੈ ਜੂ, ਆਪਾਂ ਬੈਠੇ ਆ, ਤੇ ਇੱਕ ਮਹਾਂਪੁਰਖਾਂ ਨੂੰ ਵੀ ਪਤਾ ਲੱਗ ਜੂ ਵੀ ਕੱਲਾ ਕੱਲਾ ਸੰਤ ਮੇਰੇ ਨਾਲ ਖੜਾ। ਬੇਨਤੀ ਕਰਗੇ ਸਾਧ ਸੰਗਤ ਦੋਨੇ ਬਾਹਾਂ ਖੜੀਆਂ ਕਰਕੇ ਮਹਾਂਪੁਰਖਾਂ ਨੂੰ ਸਬੂਤ ਦੇਣਾ, ਮਹਾਂਪੁਰਖ ਜੋ ਵੀ ਤੁਸੀਂ ਬਚਨ ਕਰੋਗੇ, ਜਿੱਥੇ ਤੁਸੀਂ ਕਹੋਗੇ ਉੱਥੇ ਖੜਾਂਗੇ, ਜਿੱਥੇ ਤੁਸੀਂ ਕਹੋਗੇ ਬੈਠ ਜਾਓ ਉੱਥੇ ਬੈਠਾਂਗੇ।
ਮੇਰਾ ਕਹਿਣ ਦਾ ਮਤਲਬ ਹੈ ਮਹਾਂਪੁਰਖਾਂ ਨੂੰ ਪਤਾ ਲੱਗੇ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ, ਇਹ ਕਿਸੇ ਸਮੇਂ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਵੀ ਸੰਗਤਾਂ ਦੇ ਪੰਥ ਦੀ ਸੇਵਾ ਕੀਤੀ ਹੋਣੀ ਹੈ। ਕਿਸੇ ਸਮੇਂ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਵੀ, ਕਿਸੇ ਸਮੇਂ ਸੰਤ ਬਾਬਾ ਅਤਰ ਸਿੰਘ ਜੀ ਨੇ ਵੀ, ਬੜੇ ਬੜੇ ਮਹਾਂਪੁਰਖਾਂ ਨੇ ਉਹ ਪੰਥ ਦੀ ਸੇਵਾ ਕੀਤੀ ਜਿਹੜੀ ਅੱਜ ਸੰਤ ਬਾਬਾ ਹਰਨਾਮ ਸਿੰਘ ਜੀ ਸਾਧ ਸੰਗਤ ਸੇਵਾ ਨਿਭਾ ਰਹੇ ਆ। ਆਓ ਆਉਣ ਵਾਲਾ ਸਮਾਂ ਅੱਗੇ ਸਰਵਣ ਕਰਕੇ ਇੱਕ ਜਕਾਰਾ ਖੋਰ ਛੱਡਣਾ ਹੈ। ਬੜੇ ਸਾਧ ਸੰਗਤ ਕੋਈ ਵਾਂਝਾ ਨਾ ਰਹਿ ਜਾਏ, ਕੋਈ ਜੀਵ ਸਾਧ ਸੰਗਤ ਜਕਾਰੇ ਤੋਂ ਵਾਂਝੀ ਨਾ ਰਹਿ ਜਾਏ। ਗੱਜ ਵੱਜ ਕੇ ਜਕਾਰਾ ਬੋਲਣਾ ਹੈ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।